ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:15 ਹੋਏ ਨੇ। 19 ਜੁਲਾਈ ਦਾ ਦਿਨ ਹੈ, ਵਰ੍ਹਾ 2021 ਦਾ, ਸੋਮਵਾਰ ਹੈ, 4 ਸਾਉਣ, ਨਾਨਕ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੀ ਸ਼ੁਰੂਆਤ ਸਰਦਾਰ ਨਵਕਿਰਨ ਸਿੰਘ ਪੱਤੀ ਨਾਲ ਦੇਸ਼ ਪੰਜਾਬ ਦੇ ਝਰੋਖੇ ਚੋਂ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਫਰਾਡ ਮੈਰਿਜਸ ਬਾਰੇ ਤੇ ਵੀਜ਼ੇ ਰਿਫਿਊਜ਼ ਹੋ ਰਹੇ ਨੇ ਪੰਜਾਬ ਦੇ ਵਿੱਚ ਬਹੁਤ ਵਿਦਿਆਰਥੀਆਂ ਦੇ, ਉਸ ਦੇ ਬਾਰੇ। ਫਿਰ ਜੰਗਲੀ ਅੱਗਾਂ ਦੀ ਕਹਾਣੀ ਕਿ ਜੰਗਲੀ ਅੱਗਾਂ ਕਿਵੇਂ ਲੱਗਦੀਆਂ ਨੇ, ਕਾਰਨ ਕੀ ਹੈ। BC ਵਾਈਲਡਫਾਇਰ ਸਰਵਿਸਿਜ਼ ਤੋਂ ਉਹਨਾਂ ਦੇ ਇਨਫੋਰਮੇਸ਼ਨ ਅਫੀਸਰ ਸ਼ਾਮਲ ਹੋਣਗੇ ਅਤੇ ਇਹਦੇ ਨਾਲ ਸਾਡਾ ਜਿਹੜਾ ਤਜਰਬਾ ਮੇਰਠ ਦਾ ਫਸਟ ਹੈਂਡ, ਅਸੀਂ ਫਸਟ ਰਿਸਪੌਂਡਰ ਦੇ ਤੌਰ 'ਤੇ ਹੀ ਪਹੁੰਚੇ ਸੀ ਉੱਥੇ। ਕੁਛ ਆਪਣੀ ਜਾਣਕਾਰੀ ਅਤੇ ਉਹਨਾਂ ਦੀ ਨਾਲ ਗੱਲਬਾਤ ਕਿ ਕਿਵੇਂ ਜੰਗਲੀ ਅੱਗਾਂ ਸਟਾਰਟ ਕਿਵੇਂ ਹੁੰਦੀਆਂ ਅਤੇ ਫੈਲਦੀਆਂ ਕਿੰਨੀ ਛੇਤੀ ਨੇ, ਇਸ 'ਤੇ ਗੱਲਬਾਤ ਹੋਏਗੀ। ਅਤੇ ਫਿਰ ਆਖਰੀ ਸਮੇਂ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਜ਼ਮੀਨ ਦੋਜ਼ ਜਿਹੜੀ ਸੁਰੰਗ ਹੁੰਦੀ, ਉਹ ਸੁਰੰਗ ਜ਼ਮੀਨ ਦੋਜ਼ ਹੈ, ਖੈਰ ਉਹ ਉਸ ਦੇ ਬਾਰੇ ਸਰਹੰਦੀ ਇੱਟਾਂ ਨਾਲ ਬਣੇ ਬੁੰਗੇ ਜਿਹੜੇ ਸੀ, ਉਹ ਬੁੰਗਿਆਂ ਦੇ ਵਿੱਚ ਇਹ ਜਿਹੜੀ ਹੁਣ ਜਗ੍ਹਾ ਲੱਭੀ ਹੈ, ਤਾਂ ਇਸ ਦੇ ਬਾਰੇ ਲੋਕ ਕੀ ਸੋਚਦੇ ਨੇ। ਕੋਸ਼ਿਸ਼ ਕਰਾਂਗਾ। ਅੰਮ੍ਰਿਤਸਰ ਤੋਂ ਮਾਈਕਲ ਪੌਲ ਹੈ ਇੱਕ ਮੁੰਡਾ, ਅੰਮ੍ਰਿਤਸਰ ਰਹਿਣ ਵਾਲਾ, ਅਤੇ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਅੰਮ੍ਰਿਤਸਰ ਸਾਹਿਬ ਦੇ ਲਈ ਕਿ ਅੰਮ੍ਰਿਤਸਰ ਸਾਹਿਬ ਦੀ ਵਿਲੱਖਣਤਾ ਕੀ ਹੈ, ਅੰਮ੍ਰਿਤਸਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ ਕੀ, ਸ਼੍ਰੀ ਦਰਬਾਰ ਸਾਹਿਬ ਕੀ ਨੇ, ਸਮਝਣ ਦੀ ਲੋੜ ਹੈ। ਜਿਨ੍ਹਾਂ ਨੂੰ ਨਹੀਂ ਸਮਝ ਪੈਂਦੀ ਮੋਢੇ 'ਤੇ ਰਫਲਾਂ ਚੱਕ ਕੇ ਆਉਂਦੇ ਆ, ਉਹਨਾਂ ਨੂੰ ਨਹੀਂ ਪਤਾ ਜਗ੍ਹਾ ਕੀ ਹੈ। ਉਹ ਰਹਿੰਦਾ ਕੱਖ ਨਹੀਂ। ਜਿਹੜੇ ਵੀ ਆਏ ਕਬਰਾਂ 'ਤੇ ਘਾਹ ਨੇ, ਘਾਹ। ਅਤੇ ਉਹਨਾਂ ਨਾਲ ਗੱਲਬਾਤ ਹੋਏਗੀ। 604 204 0600 604204 0600 ਔਨ ਏਅਰ ਨੰਬਰ ਰਹੇਗਾ। ਕਰਦੀ ਫਿਰਾਂ ਤਿਲ ਚੌਲੀਆਂ, ਉਹ ਤੇਰਾ ਸੱਜਿਆ ਦੀਵਾਨ ਵੇ, ਬੇਰੁੱਤਾਂ ਬੌਲੀਆਂ ਨਾ ਸਾਡਾ ਪੀਰ ਮਨੇਂਦਾ, ਤੋੜਾਂ ਪੱਤਰੇ ਤਾੜ ਦੇਵੇ ਦਿਨ ਹਾੜ ਦੇ, ਤੈਨੂੰ ਤਾਪ ਚੜੇਂਦਾ, ਉਹ ਤੇਰਾ ਉੱਡਦਾ ਬਾਜ ਵੇ, ਤੇਰਾ ਊਠ ਚਰੇਂਦਾ, ਕੱਜਣ ਤੇਰੇ ਰਾਂਗ ਲੈ ਵੇ ਅਸਾਂ ਤਾਂਗ ਲੈ, ਤੇਰਾ ਇਸ਼ਕ ਲੱਗੇਂਦਾ, ਟਪ ਟਪ ਆਵਾ ਲਾਚੀਆਂ ਬੇ ਮਾਰਾਂ ਝਾਤੀਆਂ, ਤੂੰ ਬਾਤ ਨਾ ਕਰੇਂਦਾ, ਉਹ ਤੇਰਾ ਉੱਡਦਾ ਬਾਜ ਵੇ, ਤੇਰਾ ਊਠ ਚਰੇਂਦਾ, ਤੀਰਾਂ ਤਰਕਸ਼ਾਂ ਬਾਲਿਆ ਬੇ ਹੱਦੋਂ ਕਾਲਿਆ, ਦਿਸੇ ਰਣ ਚ ਲੜੇਂਦਾ, ਬੈਠ ਪਹਾੜੀ ਚੋਟੀਆਂ ਬੇ ਗੱਲਾਂ ਖੋਟੀਆਂ, ਸਾਡੀ ਅਕਲ ਚੁਰੇਂਦਾ, ਉਹ ਤੇਰਾ ਉੱਡਦਾ ਬਾਜ ਵੇ, ਤੇਰਾ ਊਠ ਚਰੇਂਦਾ, ਬੇ ਮਾਂ ਦੇ ਯੋਧੇ ਸੂਰਿਆ ਸਾਨੂੰ ਪੂਰਿਆ, ਕਿਆ ਤੱਕਣ ਤਕੇਂਦਾ, ਲੈ ਲੈ ਕਰਦਾ ਟਹਿਕਦਾ ਬੇ ਨਾਲੇ ਮਹਿਕਦਾ, ਸਾਡੇ ਚਾਹ ਦਾ ਗੇਂਦਾ, ਉਹ ਤੇਰਾ ਉੱਡਦਾ ਬਾਜ ਵੇ, ਤੇਰਾ ਊਠ ਚਰੇਂਦਾ, ਜੀਵਨ ਤੇਰੀਆਂ ਕਾਨੀਆਂ ਵੇ ਦਿਲ ਜਾਨੀਆਂ, ਘੜ ਸੁਖ ਨ ਰਚੇਂਦਾ, ਰੱਸੇ ਤੇਰੀ ਹਰਿਆਉਲ ਵੇ, ਦੇ ਜਾ ਕੌਲ ਵੇ, ਕਲਰੀ ਵਰਸੇਂਦਾ, ਉਹ ਤੇਰਾ ਉੱਡਦਾ ਬਾਜ ਵੇ, ਤੇਰਾ ਊਠ ਚਰੇਂਦਾ, ਸਬਜ਼ ਕਚੂਰੀ ਖੇਤੀਆਂ ਬੇ ਸਰੋਂ ਮੇਥੀਆਂ, ਨਾਲੇ ਬੇਰ ਪਕੈਂਦਾ, ਫੁੱਲ ਫੁੱਲ ਜਾਂਦਾ ਕੇਵੜਾ ਬੇ, ਕਿਰੇ ਮੇਵੜਾ ਅੱਜ ਹੱਸਦਾ ਖੜੇਂਦਾ, ਉਹ ਤੇਰਾ ਉੱਡਦਾ ਬਾਜ ਵੇ, ਤੇਰਾ ਊਠ ਚਰੇਂਦਾ, ਉਹ ਤੇਰਾ ਸੱਜਿਆ ਦੀਵਾਨ ਵੇ, ਵਿੱਚ ਬਣਦੇ ਸੁਹੇਂਦਾ, ਉਹ ਤੇਰਾ ਉੱਡਦਾ ਬਾਜ ਵੇ, ਤੇਰਾ ਊਠ ਚਰੇਂਦਾ। ਜੰਗਲੀ ਪਹਾੜਾਂ ਦੇ ਫਿਰਤੂ ਯੋਧੇ ਨੂੰ ਹਰਮਨਜੀਤ ਲਿਖਦਾ ਹੈ। ਸਰ ਨਵਕਿਰਨ ਸਿੰਘ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਇਸ਼ਕ ਦਾ ਪੈਂਦਾ ਗਿੜਦਾ ਫਿਰ ਹੁਣ ਪਟਿਆਲੇ ਕੀ ਬਣੀ ਗੱਲ? ਜੀ ਗਿੱਲ ਸਾਹਿਬ, ਦੇਖੋ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਜਿਉਂ ਹੀ ਥਾਪੀ ਦਿੱਤੀ ਗਈ, ਤੁਸੀਂ ਇਹ ਦੇਖੋ ਵੀ ਪਲਾਂ ਦੇ ਵਿੱਚ, ਗਿੱਲ ਸਾਹਿਬ, ਪਲਾਂ ਦੇ ਵਿੱਚ ਸਾਰੇ ਹੀ ਆ ਗਏ, ਜਿਹੜਾ ਸਾਰੇ ਹੀ ਆ ਗਏ। ਸੱਤਾ ਦਾ ਕੇਂਦਰ ਜਿਹੜਾ ਉਹ ਮਿੰਟੋ ਮਿੰਟ ਹੀ ਬਦਲ ਗਿਆ। ਇਹਦੇ ਇਹ ਕਹਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਨੂੰ, ਕੈਪਟਨ ਸਾਹਿਬ ਤੁਹਾਡੇ ਨਾਲ ਆ, ਮਿੰਟੋ ਸਕਿੰਟੀ ਜਿਹੜਾ ਉਹ ਬਦਲ ਗਏ। ਮੈਨੂੰ ਤਾਂ ਪਤਾ ਲੱਗਿਆ ਵੀ ਰਾਤ 11:15 ਵਜੇ ਨਵਜੋਤ ਸਿੰਘ ਸਿੱਧੂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਮੱਥਾ ਟੇਕ ਰਿਹਾ ਸੀ। ਉਸ ਤੋਂ ਬਾਅਦ ਅੱਧੀ ਰਾਤ ਨੂੰ ਘਰੇ ਗਿਆ, ਸਵੇਰੇ ਉੱਠਣ ਨਹੀਂ ਦਿੱਤਾ ਗਿੱਲ ਸਾਹਿਬ। ਅਮਰਿੰਦਰ ਸਿੰਘ ਰਾਜਾ ਵੜਿੰਗ MLA ਤੇ ਦੂਸਰਾ ਕੁਲਵੀਰ ਜੀਰਾ, ਦੋਨਾਂ ਨੇ ਜਾ ਕੇ ਸੁੱਤਾ ਪਿਆ ਠਾਲਿਆ ਨਵਜੋਤ ਸਿੱਧੂ, ਇੰਨੇ ਸਵਕਤ ਤੇ ਜਾ ਕੇ ਦੱਬਰ ਜਾ ਖੜਕਾਇਆ। ਇਹ ਹਾਲਤ ਬਣੀ। ਉਹ
ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਉਹ ਰਾਣਾ KP ਸਿੰਘ ਨੂੰ ਮਿਲਦਾ, ਨਵਜੋਤ ਸਿੱਧੂ, ਬੀਬੀ ਰਜਿੰਦਰ ਕੌਰ ਭੱਠਲ ਨੂੰ ਮਿਲਦਾ, ਸੁਨੀਲ ਕੁਮਾਰ ਜਾਖੜ ਨੂੰ ਮਿਲਦਾ, ਕੁਲਜੀਤ ਨਾਗਰਾ ਨੂੰ ਮਿਲਦਾ, ਯਾਨੀ ਕਿ ਸਾਰੇ ਹੀ ਲਗਭਗ ਅਮਰ ਪਟਿਆਲੇ ਦੇ MLA ਆ ਕੇ ਮਿਲੇ ਨੇ। ਅਸਲ 'ਚ ਨਵਜੋਤ ਸਿੰਘ ਸਿੱਧੂ ਨੇ 2-3 ਚੀਜ਼ਾਂ ਪਹਿਲਾਂ ਧਾਰ ਲਈਆਂ। ਇੱਕ ਤਾਂ ਉਹਨੇ ਇਹ ਧਾਰ ਲਿਆ ਕਿ ਅੰਮ੍ਰਿਤਸਰ ਸਾਹਿਬ ਤੋਂ ਪੰਜਾਬ ਕੰਟਰੋਲ ਨਹੀਂ ਹੋਣਾ, ਉਹਨੇ ਪਟਿਆਲੇ ਨੂੰ ਆ ਕੇ ਕੇਂਦਰ ਬਣਾਇਆ। ਅੰਮ੍ਰਿਤਸਰ ਸਾਹਿਬ ਤੋਂ ਪਟਿਆਲੇ ਆ ਗਿਆ ਉਹ ਮਾਲਵੇ, ਔਰ ਪਟਿਆਲੇ ਆ ਕੇ ਉਹਨੇ ਕੈਪਟਨ ਅਮਰਿੰਦਰ ਦੇ ਗੜ੍ਹ 'ਚ ਆਪਦੀ ਪੁਰਾਣੀ ਰਿਹਾਇਸ਼ ਉਹਦੀ ਸੀਗੀ, ਉੱਥੋਂ ਵਿਚਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਗਾਂਧੀ ਪਰਿਵਾਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਦਬਾਅ ਬਣਾਇਆ ਗਿਆ, ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਰ ਹਰਬਾ ਵਰਤਿਆ, ਹਰ ਚਾਲ ਚੱਲੀ। ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਦਾ ਪ੍ਰੈਸ਼ਰ ਵੀ ਪਾਇਆ, ਇਹ ਵੀ ਪਾਇਆ ਵੀ ਇੱਥੇ ਜਾਤੀ ਸਮੀਕਰਨ ਨੇ। ਪ੍ਰਤਾਪ ਬਾਜਵਾ ਜਿਹਦੇ ਨਾਲ ਉਹਦੀ ਬਣਦੀ ਨਹੀਂ ਸੀ, ਉਹਦੇ ਕੋਲੇ ਵੀ ਚੱਲ ਕੇ ਗਿਆ। ਇਸ ਤੋਂ ਇਲਾਵਾ ਹੋਰ ਮਨੀਸ਼ ਤਿਵਾੜੀ ਵਰਗਿਆਂ ਤੋਂ ਵੀ ਬਿਆਨ ਦਵਾਏ। MPਆਂ ਦੀ ਮੀਟਿੰਗ ਦਿੱਲੀ ਦੇ ਵਿੱਚ ਸਦਾਈ ਪ੍ਰਤਾਪ ਸਿੰਘ ਬਾਜਵਾ ਤੋਂ, ਲੇਕਿਨ ਕੋਈ ਦਾਲ ਨਹੀਂ ਗਲੀ। ਨਵਜੋਤ ਸਿੰਘ ਸਿੱਧੂ ਨੂੰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਥਾਪੜਾ ਦਿੱਤਾ, ਉਹ ਕਾਂਗਰਸ ਦਾ ਪ੍ਰਧਾਨ ਬਣਿਆ। ਹੁਣ ਨਵਜੋਤ ਸਿੰਘ ਸਿੱਧੂ ਕੱਲ ਨੂੰ ਅੰਮ੍ਰਿਤਸਰ ਸਾਹਿਬ ਜਾ ਰਿਹਾ, ਪਰਸੋਂ ਨੂੰ ਗਿੱਲ ਸਾਹਿਬ ਬੁੱਧਵਾਰ ਨੂੰ ਸ਼ਕਤੀ ਪ੍ਰਦਰਸ਼ਨ ਹੋਣ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਹਰਿਮੰਦਰ ਸਾਹਿਬ ਮੱਥਾ ਟੇਕਣਾ, ਉਸ ਤੋਂ ਬਾਅਦ ਦੁਰਗਿਆਣਾ ਮੰਦਿਰ ਜਾਣਾ। ਉਸ ਦਿਨ ਨਵਜੋਤ ਸਿੱਧੂ ਸ਼ਕਤੀ ਪ੍ਰਦਰਸ਼ਨ ਕਰੂਗਾ। ਉਸ ਦਿਨ ਦੱਸਦੇ ਨੇ ਵੀ 50 ਤੋਂ ਵੱਧ MLA ਹੋਣਗੇ। ਇਸ ਗੱਲ ਦੀ ਤਿਆਰੀ ਹੋ ਗਈ। ਕੈਪਟਨ ਅਮਰਿੰਦਰ ਸਿੰਘ ਤਾਂ ਬੈਠਾ ਹੀ ਦੇਖਦਾ। ਵੈਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸੇ ਤਰੀਕੇ ਦੇ ਨਾਲ ਹੀ ਕੀਤਾ ਸੀ। ਜਦੋਂ ਗਿੱਲ ਸਾਹਿਬ 1997 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਟਿਕਟ ਨਹੀਂ ਦਿੱਤੀ, ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਦਾ, ਤਲਵੰਡੀ ਸਾਬੋ ਤੋਂ ਟਿਕਟ ਮੰਗਦਾ ਸੀ ਕੈਪਟਨ ਅਮਰਿੰਦਰ ਸਿੰਘ। 97 ਚ ਟਿਕਟ ਨਾ ਦਿੱਤੀ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਚ ਆਉਂਦਾ। 2002 ਦੀ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਦਾ ਪ੍ਰਧਾਨ ਇਸੇ ਤਰ੍ਹਾਂ ਬਣਦਾ ਜਿਵੇਂ ਸਿੱਧੂ ਬਣਿਆ। ਬੀਬੀ ਰਜਿੰਦਰ ਕੌਰ ਭੱਠਲ ਨੂੰ ਕੈਪਟਨ ਨੇ ਕਾਰਨਰ ਕੀਤਾ, ਪ੍ਰਤਾਪ ਸਿੰਘ ਬਾਜਵਾ ਨੂੰ ਕੈਪਟਨ ਨੇ ਕੀਤਾ, ਸ਼ਮਸ਼ੇਰ ਸਿੰਘ ਦੂਲੋਂ ਪ੍ਰਧਾਨ ਸੀ ਉਹਨੂੰ ਕੈਪਟਨ ਨੇ ਕਾਰਨਰ ਕੀਤਾ, ਰਾਣਾ KP ਸਿੰਘ ਨੂੰ ਕੈਪਟਨ ਨੇ ਕਾਰਨਰ ਕੀਤਾ, ਸੁਨੀਲ ਜਾਖੜ ਦੀ ਤਾਂ ਚੱਲਣੀ ਨਹੀਂ ਦਿੱਤੀ, ਤੇ ਹੁਣ ਉਹੀ ਕੁਛ ਕੈਪਟਨ ਨਾ ਹੋ ਰਿਹਾ ਹੈਗਾ। ਸੋ ਸਿਆਸਤ ਦੇ ਵਿੱਚ ਕਦੋਂ ਕਿਹੜਾ ਧੋਬੀ ਪਟਕਾ ਮਾਰ ਜੇ ਇਹਦਾ ਕੋਈ ਪਤਾ ਨਹੀਂ ਹੁੰਦਾ। ਸੋ ਹੁਣ ਇਸ ਰੂਪ ਦੀ ਸਥਿਤੀ ਆ ਜੀ। ਬਿਲਕੁਲ, ਜ਼ਿੰਦਗੀ ਦੇ ਰੰਗ ਨੇ। ਬੜਾ ਇੱਕ ਸੀਨੀਅਰ ਅਫਸਰ ਅੱਜ ਸਵੇਰੇ ਮੈਂ ਗੱਲ ਕਰਦਾ ਸੀ ਉਹਦੇ ਨਾਲ, ਉਹ ਕਹਿੰਦਾ ਇਹਦੇ 'ਚ ਕੋਈ ਅਤ ਕਥਨੀ ਨਹੀਂ। ਜੇ ਸਾਰੇ MLA ਜਿਸ ਤਰ੍ਹਾਂ ਆ ਰਹੇ ਨੇ, ਜੇ ਇੱਧਰ ਨੂੰ ਆ ਗਏ, ਹੋ ਸਕਦਾ ਹੈ ਰਾਜੇ ਤੋਂ CMਸ਼ਿਪ ਵੀ ਲੈ ਲਈ ਜਾਵੇ, ਕਿਉਂਕਿ ਜਿੱਤਣ ਦੇ ਲਈ ਡੂ ਔਰ ਡਾਈ ਵਾਲੀ ਕਹਾਣੀ ਦੇ ਵਿੱਚ ਕਾਂਗਰਸ ਬੈਠੀ ਹੈ। ਜਿਹੜੇ ਕਾਰਜਕਾਰੀ ਪ੍ਰਧਾਨ ਲਾਏ ਨੇ, ਇਹਦੇ 'ਚ ਜਿਹੜੀ ਅੰਦਰਲੀ ਗੱਲ ਇਹ ਸੀ, ਉਹ ਰਾਜੇ ਦੀ ਇਹ ਮੰਗ ਸੀ ਕੈਪਟਨ ਦੀ, ਭਾਬੀ ਤੋਂ ਆਪਣੀ ਤੋਂ, ਵੀ ਲਾ ਦਿਓ ਪ੍ਰਧਾਨ, ਮੈਨੂੰ ਕੋਈ ਨਹੀਂ, ਪਰ 4 ਜਿਹੜੇ ਕਾਰਜਕਾਰੀ ਪ੍ਰਧਾਨ ਲਾਉਣੇ ਨੇ ਉਹ ਮੇਰੇ ਹੋਣਗੇ। ਔਰ ਐਡਾ ਮਾੜਾ ਹਾਲ ਕੀਤਾ ਹੈ। ਹੁਣ ਤਾਂ ਰਹਿਣ ਦਾ ਧਿਰਗ ਹੈ ਕੋਈ ਨਹੀਂ, ਉਮਰ ਦੇ ਹਿਸਾਬ ਨਾਲ ਜੇ ਸਤਿਕਾਰ ਕਰਨਾ ਹੋਵੇ, ਆਪਣਾ ਕਰਾਉਣਾ ਹੋਵੇ, ਪਰਾਂ ਹੋਣਾ ਚਾਹੀਦਾ। ਕਾਰਜਕਾਰੀ ਪ੍ਰਧਾਨ ਉਹ ਲਾਏ ਜਿਹੜੇ ਬਿਲਕੁਲ ਰਾਜੇ ਦੇ ਵਿਰੋਧੀ ਸੀ। ਸੋ ਇਹਦੀ ਕੀ ਕਹਾਣੀ ਚੱਲਦੀ ਹੈ? ਜੀ ਗਿੱਲ ਸਾਹਿਬ, ਦੇਖੋ ਜਿਹੜੇ 4 ਕਾਰਜਕਾਰੀ ਪ੍ਰਧਾਨ ਲਾਏ ਨੇ, ਅਸਲ ਦੇ ਵਿੱਚ ਉਹ ਪੰਜਾਬ ਦਾ ਜਿਹੜਾ ਦੁਆਬਾ, ਮਾਝਾ, ਮਾਲਵਾ, ਪੰਜਾਬ ਦਾ ਜਾਤੀ ਸਮੀਕਰਨ, ਇਹ ਸਾਰੇ ਕਿਸੇ ਨੂੰ ਦੇਖ ਕੇ ਲਾਏ ਨੇ। ਔਰ ਇਹ 4 ਚੋਂ 3 ਯੂਥ ਨੇ, ਔਰ 3 ਸਿੱਧੇ ਰਾਹੁਲ ਗਾਂਧੀ ਬ੍ਰਿਗੇਡ ਤੇ ਆਗੂ ਸਮਝੇ ਜਾਂਦੇ ਨੇ। ਜਿਹੜਾ ਰਾਹੁਲ ਗਾਂਧੀ ਇੱਕ ਬ੍ਰਿਗੇਡ ਬਣੀ ਹੋਈ ਹੈ ਇਹਨਾਂ ਦੇ ਅੰਦਰ, ਉਹਦੇ ਮੈਂਬਰ ਨੇ 3, ਯਾਨੀ ਕਿ ਰਾਹੁਲ ਗਾਂਧੀ ਨਾਲ 3 ਦੀ ਸਿੱਧੀ ਜਿਹੜੀ ਆ ਉਹ ਬੈਠਣੀ ਉੱਠਣੀ ਆ। ਔਰ ਇਹ ਜਿਹੜੇ ਚਾਰੇ ਬਣਾਏ ਗਏ ਨੇ ਗਿੱਲ ਸਾਹਿਬ, ਇਹ ਇਸ ਰੂਪ ਦੇ ਵਿੱਚ ਬਣਾਏ ਗਏ ਨੇ। ਇੱਕ ਤਾਂ ਇਹਨਾਂ ਚੋਂ ਦਲਿਤ ਭਾਈਚਾਰੇ ਦੇ ਵਿੱਚੋਂ ਲਿਆ, ਇੱਕ OBC ਭਾਈਚਾਰੇ ਦੇ ਵਿੱਚੋਂ ਲਵਾਣਾ ਭਾਈਚਾਰਾ ਉਹਦੇ ਚੋਂ ਲਿਆ, ਇੱਕ ਯੂਥ ਦੇ ਵਿੱਚੋਂ ਲਿਆਗਾ, ਇਸ ਤੋਂ ਇਲਾਵਾ ਇੱਕ ਹਿੰਦੂ ਭਾਈਚਾਰੇ ਦੇ ਵਿੱਚੋਂ ਲਿਆ। ਇਸ ਰੂਪ ਦੇ ਵਿੱਚ ਲਏ ਨੇ। ਹੁਣ ਜਿਹੜਾ ਇਹ ਸੁਖਵਿੰਦਰ ਸਿੰਘ ਡੈਣੀ ਹੈ, ਇਹ ਦਲਿਤ ਚਿਹਰਾ ਗਾ, ਲੰਡਨ ਦੇ ਰੀਜੈਂਟ ਬਿਜ਼ਨਸ ਸਕੂਲ ਤੋਂ MBA ਕੀਤੀ ਹੋਈ ਆ, ਕਾਂਗਰਸ ਦਾ ਬਹੁਤ ਵੱਡਾ ਲੀਡਰ ਹੋਇਆ। ਸਰਦੂਲ ਸਿੰਘ ਬੰਡਾਲਾ ਦਾ ਮੁੰਡਾ ਇਹ, ਯੂਥ ਕਾਂਗਰਸ ਦਾ ਲੀਡਰ ਰਿਹਾ। 2002-2007 ਚ 5 ਸਾਲ ਮੰਤਰੀ ਰਿਹਾ ਇਹ। 2009 ਚ ਫਰੀਦਕੋਟ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਸੀ ਇਹਨੂੰ, ਇਹ ਹਾਰ ਗਿਆ। 2017 ਤੋਂ MLA ਫੇਰ ਬਣਿਆ। ਸੰਗਤ ਸਿੰਘ ਗਿੱਲ ਜੀ ਹੈ, ਇਹ ਲਵਾਣਾ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ। OBC ਅਦਰ ਬੈਕਵਰਡ ਕਲਾਸ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਦਾ ਕਾਫੀ ਅਸਰ ਰਸੂਖ ਹੈ। ਔਰ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਇਸ ਏਰੀਏ ਦੇ ਵਿੱਚ ਕਾਫੀ ਵੋਟ ਆ ਲਵਾਣਾ ਭਾਈਚਾਰੇ ਦੀ, ਜਿਸ ਕਰਕੇ ਇਹਨਾਂ ਨੂੰ ਦਿੱਤਾ ਗਿਆ। ਜੇ ਦੇਖਣਾ ਹੋਵੇ ਗਿੱਲ ਸਾਹਿਬ, ਇਹ ਜਿਹੜਾ ਲਵਾਣਾ ਗਾ ਕੈਪਟਨ ਅਮਰਿੰਦਰ ਦਾ ਵਿਰੋਧੀ ਆ। 2007 ਚ ਇਹਨੂੰ ਟਿਕਟ ਨਹੀਂ ਸੀ ਦਿੱਤੀ, ਇਹ ਰੁੱਸ ਗਿਆ ਸੀ, ਰੁੱਸ ਕੇ ਆਜ਼ਾਦ ਚੋਣ ਲੜੀ ਸੀਗੀ। ਔਰ ਉਸ ਤੋਂ ਬਾਅਦ 12 ਚ ਫਿਰ MLA ਬਣਦਾ, 17 ਚ ਫਿਰ ਕਾਂਗਰਸ ਦਾ MLA ਬਣਦਾ।
ਇਹਨੇ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਕਿਹਾ ਸੀ, ਕਹਿੰਦਾ ਮੈਂ 3 ਵਾਰ MLA ਬਣਿਆ, ਮੈਂ ਸੀਨੀਅਰ ਬੰਦਾ, ਮੈਨੂੰ ਮੰਤਰੀ ਬਣਾ। ਔਰ ਦੂਸਰਾ ਇਹਨੇ ਜਿਹੜੀ ਗੱਲ ਕਹੀ ਸੀ, ਇਹ ਕਹਿੰਦਾ OBC ਭਾਈਚਾਰੇ ਚੋਂ ਮੰਤਰੀ ਬਣਾਉਣਾ ਚਾਹੀਦਾ ਤੁਹਾਨੂੰ, ਲਵਾਣਾ ਭਾਈਚਾਰਾ ਪਰੇ ਹੋ ਜੂ ਤੁਹਾਡੇ ਤੋਂ। ਕੈਪਟਨ ਅਮਰਿੰਦਰ ਨੇ ਫਿਰ ਵੀ ਨਹੀਂ ਮੰਤਰੀ ਬਣਾਇਆ। ਹੁਣ ਚੱਕ ਕੇ ਕੈਪਟਨ ਅਮਰਿੰਦਰ ਦੇ ਸਿਰ ਤੇ ਬਹਾਤਾ ਲੀਡਰਸ਼ਿਪ ਨੇ, ਕਾਰਜਕਾਰੀ ਪ੍ਰਧਾਨ ਲਾਇਆ। ਔਰ ਇਹ ਸਿੱਧੇ ਤੌਰ ਦੇ ਉੱਤੇ ਠੀਕ ਆ, ਲਵਾਣਾ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਗਈ ਆ, ਦੇਣੀ ਵੀ ਬਣਦੀ ਆ। ਦੂਸਰਾ ਕੁਲਜੀਤ ਸਿੰਘ ਨਾਗਰਾ, ਇਹ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਰਿਹਾ 1980 ਤੋਂ 90 ਤੱਕ, ਜਦੋਂ ਸਟੂਡੈਂਟਸ ਪੋਲਿਟਿਕਸ ਕਾਂਗਰਸ ਕਰ ਰਹੀ ਸੀਗੀ, ਉਦੋਂ ਇਹ ਸਟੂਡੈਂਟਾਂ ਦੇ ਵਿੱਚ ਵਿਚਰਦਾ ਸੀ। 2002 ਚ ਫਤਿਹਗੜ੍ਹ ਸਾਹਿਬ ਤੋਂ MLA ਬਣਿਆ। ਇਹ ਪੁਆਧ ਤੇ ਜਿਹੜਾ ਕੇਂਦਰੀ ਮਾਲਵਾ, ਉਹ ਉੱਥੇ ਦਾ ਕਾਫੀ ਅਸਰ ਰਸੂਖ ਹੈ। ਪਵਨ ਗੋਇਲ ਫਰੀਦਕੋਟ ਤੋਂ ਆ ਜੀ, ਇਹ ਕਾਂਗਰਸ ਪਾਰਟੀ ਦਾ ਵੱਡਾ ਹਿੰਦੂ ਲੀਡਰ ਹੋਇਆ। ਭਗਵਾਨ ਦਾਸ ਕੈਬਨਿਟ ਮੰਤਰੀ ਵੀ ਰਿਹਾ, ਉਹਦਾ ਮੁੰਡਾ ਹੈ। ਔਰ ਫਰੀਦਕੋਟ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਵੀ ਹੈ, ਮਲਵਈ ਵੀ ਹੈ, ਹਿੰਦੂ ਵੀ ਹੈ। ਇਹਨੂੰ ਇਸ ਕਰਕੇ ਸੋ ਜਿਹੜੇ ਚਾਰੇ ਬਣਾਏ ਗਏ ਨੇ, ਉਹ ਸਾਰੇ ਵਰਗਾਂ ਨੂੰ, ਮਾਝਾ ਦੁਆਬਾ ਮਾਲਵਾ ਨੂੰ, SC OBC ਜਰਨਲ, ਇਹ ਸਾਰੇ ਕਾਸੇ ਨੂੰ ਦੇਖ ਕੇ ਬਣਾਏ ਗਏ ਨੇ ਜੀ। ਅੱਛਾ, ਇੱਕ ਦੱਸ ਦਿਓ ਕਿ ਜਸੂਸੀ ਹੋ ਰਹੀ ਹੈ ਜੀ ਲੀਡਰਾਂ ਦੀ, ਤੇ ਨਾਲ ਹੀ ਆਪਣੇ ਪੱਤਰਕਾਰਾਂ ਦੇ ਵੀ। ਇਜ਼ਰਾਈਲ ਨੇ ਵੀ ਇਹ ਗੱਲ ਕਹੀ ਸੀ ਵੀ ਦੁਨੀਆ ਦੇ ਵਿੱਚ ਸਪਾਈ ਕਿਤੇ ਵੀ ਕਿਸੇ ਦੀ ਵੀ ਜਸੂਸੀ ਹੋ ਸਕਦੀ ਹੈ, ਇਹੋ ਜਿਹੇ ਸੌਫਟਵੇਅਰ ਆਏ ਨੇ, ਤੇ ਇਹ ਗੱਲ ਸੱਚ ਹੈ ਜੀ? ਬਿਲਕੁਲ ਗਿੱਲ ਸਾਹਿਬ, ਦਾ ਵਾਇਰ ਭਾਰਤ ਦਾ ਇੱਕ ਬਹੁਤ ਵੱਡਾ ਨਿਊਜ਼ ਪੋਰਟਲ ਹੈ। ਪਿਛਲੇ ਸਮੇਂ 'ਚ ਬਹੁਤ ਕੁਛ ਇਹਨਾਂ ਨੇ ਕੱਢ ਕੇ ਲਿਆਂਦਾ। ਉਹਨਾਂ ਨੇ ਇੰਟਰਨੈਸ਼ਨਲ ਲੈਵਲ ਦੀਆਂ ਨਿਊਜ਼ ਏਜੰਸੀਆਂ ਦੇ ਨਾਲ ਕੰਟੈਕਟ ਕੀਤਾ। ਉਸ ਤੋਂ ਬਾਅਦ ਪੁਖਤਾ ਜਾਣਕਾਰੀ ਕੱਢ ਕੇ ਲਿਆਂਦੀ ਕਿ 40 ਤੋਂ ਵੱਧ ਪੱਤਰਕਾਰਾਂ ਸਮੇਤ 300 ਦੇ ਲਗਭਗ ਬੰਦਿਆਂ ਦੀ ਭਾਰਤ 'ਚ ਜਸੂਸੀ ਹੋਈ ਆ। ਇਹ 2019 ਦੇ ਵਿੱਚ ਇਜ਼ਰਾਈਲ ਦੀ ਇੱਕ ਜਸੂਸ ਸੌਫਟਵੇਅਰ ਲੈ ਕੇ ਆਈ ਸੀ ਕੰਪਨੀ, ਔਰ ਇਹ ਜਿਹੜਾ ਸੌਫਟਵੇਅਰ ਦਾ ਨਾਮ ਪੈਗਾਸਸ ਜਿਹੜਾ ਇਹ ਦੁਨੀਆ ਭਰ ਦੇ ਵਿੱਚ ਬਹੁਤ ਵਰਤਿਆ ਗਿਆ ਗਾ। ਇੱਕ ਦੂਜੇ ਦੇ ਖਿਲਾਫ ਸਰਕਾਰਾਂ ਨੇ ਵਰਤਿਆ। ਸਰਕਾਰਾਂ ਕਹਿੰਦੀਆਂ ਤੇ ਇਹ ਰਹੀਆਂ ਕਿ ਟੈਰਰਿਸਟਾਂ ਨੂੰ ਅਸੀਂ ਦੇਖਣਾ ਗਾ, ਲੇਕਿਨ ਫੋਨ ਜਿਹੜੇ ਰਿਕਾਰਡ ਹੋਏ ਉਹ ਆਪਣੇ ਵਿਰੋਧੀਆਂ ਦੇ ਹੋਏ। ਔਰ ਭਾਰਤ 'ਚ ਜਿਹੜੇ 300 ਬੰਦੇ ਦਾ ਗਿੱਲ ਸਾਹਿਬ ਰਿਕਾਰਡ ਹੋਇਆ, ਉਹਦੇ 'ਚ ਰਾਹੁਲ ਗਾਂਧੀ ਦਾ ਨਾਮ ਵੀ ਆਉਂਦਾ, ਪ੍ਰਸ਼ਾਂਤ ਕਿਸ਼ੋਰ ਦਾ ਵੀ ਆਉਂਦਾ, ਜੱਜਾਂ ਦੇ ਵੀ ਆਉਂਦੇ ਨੇ, ਵਕੀਲਾਂ ਦੇ ਵੀ ਆਉਂਦੇ ਨੇ, ਪੱਤਰਕਾਰਾਂ ਦੇ ਵੀ ਆਉਂਦੇ ਨੇ। 2 ਨਾਂ ਜਿਹੜੇ ਮੈਂ ਤੁਹਾਨੂੰ ਦੱਸਣੇ ਚਾਹੁੰਦਾ, ਇੱਕ ਤਾਂ ਉਹ ਆ ਜਿਹੜਾ ਹੁਣ IT ਮਿਨਿਸਟਰ ਬਣਾਇਆ। ਭਾਰਤੀ ਜਨਤਾ ਪਾਰਟੀ ਆਪਦੇ ਬੰਦੇ ਦੀ ਜਸੂਸੀ ਕਰਾਈ ਗਈ, ਔਰ ਅੱਜ ਉਹਨੂੰ ਕਿਹਾ ਵੀ ਤੂੰ ਇਹਦੇ ਤੇ ਜਵਾਬ ਦੇ ਸੰਸਦ 'ਚ। ਉਹਦਾ ਆਪਦਾ ਨਾਂ ਆਇਆ ਵੀ ਤੇਰੀ ਤਾਂ ਆਪ ਜਸੂਸੀ ਕਰਾਈ ਹੈ ਇਹਨਾਂ ਨੇ, ਤੂੰ ਕੀ ਬੋਲਦਾ। ਇਸ ਤੋਂ ਇਲਾਵਾ ਖੁਫੀਆ ਏਜੰਸੀਆਂ ਦੇ ਜਿਹੜੇ ਮੁਖੀ ਨੇ, ਸੋ ਇਹ ਬਿਲਕੁਲ ਨਿਜਤਾ ਦਾ ਲੰਘਣਾ ਗੀ। ਇਹ ਕਿਸੇ ਦੀ ਜ਼ਿੰਦਗੀ 'ਚ ਕਿਸੇ ਦੀ ਮੋਰੀ ਥਾਈਂ ਝਾਕਣਾ ਹੈ ਗਿੱਲ ਸਾਹਿਬ, ਕਿਸੇ ਦੀ ਜ਼ਿੰਦਗੀ, ਨਿੱਜੀ ਜ਼ਿੰਦਗੀ ਦੇ ਵਿੱਚ। ਔਰ ਇਹ ਨਹੀਂ ਹੋਣਾ ਚਾਹੀਦਾ ਮਨੁੱਖੀ ਅਧਿਕਾਰਾਂ ਦਾ। ਇਹ ਲੋਕਤੰਤਰ ਦਾ ਘਾਣ ਹੈ ਜੋ ਭਾਰਤ 'ਚ ਹੋਇਆ ਇਹ ਜੀ। ਅੱਛਾ ਨਵਕਿਰਨ, ਹੁਣ ਮੈਨੂੰ ਫੇਰ ਪਤਾ ਲੱਗਿਆ ਵੀ ਇਕੱਠ ਕਰਕੇ ਨਵੇਂ ਕੁਛ ਗਾਇਕ ਵੀ ਫੇਰ ਗਏ ਨੇ, ਚਿੱਟੇ ਕੁੜਤੇ ਪਜਾਮੇ ਪਾਈ ਫਿਰਦੇ ਸੀ ਕਈ। ਤਾਂ ਕਿਸਾਨਾਂ ਦੇ ਸੰਘਰਸ਼ ਦਾ ਅਪਡੇਟ ਕਰੋ ਜੀ। ਜੀ ਗੱਲ ਸਾਹਿਬ, ਦੇਖੋ ਕਿਸਾਨ ਸੰਘਰਸ਼ ਦੀ ਗੱਲ ਕਰਨੀ ਹੋਵੇ ਤਾਂ ਇੱਕ ਤਾਂ ਜਿਹੜਾ ਦੇਸ਼ ਧਰੋਹ ਦੇ ਦੋਸ਼ ਹੇਠ ਹਰਿਆਣਾ ਦੇ ਕੁਝ ਕਿਸਾਨ ਗ੍ਰਿਫਤਾਰ ਕੀਤੇ ਸੀਗੇ, ਔਰ 100 ਦੇ ਲਗਭਗ ਅਣਪਛਾਤੇ ਕਿਸਾਨਾਂ ਦੇ ਉੱਤੇ ਦੇਸ਼ ਧਰੋਹ ਦਾ ਕੇਸ ਦਰਜ ਹੋ ਗਿਆ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਮਹਾਤਮਾ ਗਾਂਧੀ ਤੇ ਵੀ ਕੇਸ ਦਰਜ ਹੋਇਆ ਸੀ। ਅੰਗਰੇਜ਼ਾਂ ਵੇਲੇ ਦਾ ਇਹ ਕਾਨੂੰਨ ਹੈ ਜਿਹੜਾ ਭਾਰਤ ਦੇ ਵਿੱਚ ਹੁਣ ਵੀ ਲਾਗੂ ਹੈ। ਪਹਿਲਾਂ ਰਾਜ ਧਰੋਹ ਸੀ, ਇਹਦਾ ਨਾਂ ਇਹਨਾਂ ਨੇ ਦੇਸ਼ ਧਰੋਹ ਬਣਾਤਾ। ਕਿ ਇਹ ਕਿਉਂ ਨਹੀਂ ਸਰਕਾਰ ਖਤਮ ਕਰ ਰਹੀ ਕਾਨੂੰਨ, ਇੱਥੇ ਸਵਾਲ ਵੀ ਉਠਾਏ। ਲੇਕਿਨ ਫਿਰ ਵੀ ਦੇਸ਼ ਧਰੋਹ ਦੇ ਇਸ ਕਾਨੂੰਨ ਤਹਿਤ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਹੁਣ ਇੱਕ ਤਾਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਉਹ ਮਰਨ ਵਰਤ ਤੇ ਬੈਠ ਗਏ ਜੀ। 2 ਦਿਨ ਹੋ ਗਏ ਸਿਰਸਾ ਦੇ ਵਿੱਚ ਮਰਨ ਵਰਤ ਤੇ ਬੈਠੇ ਨੇ ਹਰਿਆਣਾ ਦੇ ਵਿੱਚ, ਕਿ ਜੇ ਤੁਸੀਂ ਇਹਨਾਂ ਨੂੰ ਰਿਹਾ ਨਹੀਂ ਕਰੋਗੇ ਤਾਂ ਮੈਂ ਕੁਛ ਨਹੀਂ ਖਾਊਂ ਪੀਊਂਗਾ। ਔਰ ਦੂਜਾ ਦਿਨ ਅੱਜ ਉਹਨਾਂ ਦੇ ਮਰਨ ਵਰਤ ਨੂੰ ਹੋ ਗਿਆ ਗਾ। ਸੋ ਇਹ ਸਰਕਾਰ ਦੇ ਉੱਤੇ ਦਬਾਅ ਪੈ ਰਿਹਾ। ਦੂਸਰਾ ਇਹ ਕਿ ਕਿਸਾਨਾਂ ਨੇ ਕਿਹਾ ਸੀ ਕਿ ਸੰਸਦ ਦਾ ਜਿਹੜਾ ਸੈਸ਼ਨ ਚੱਲਣਾ, ਉਹਦੇ 'ਚ ਸੰਸਦ ਮੈਂਬਰ ਅੰਦਰੋਂ ਘੇਰਨ, ਅਸੀਂ ਬਾਹਰੋਂ ਘੇਰਾਂਗੇ ਸਰਕਾਰ ਨੂੰ। ਤਾਂ ਉਹ ਸੰਸਦ ਦੇ ਬਾਹਰ ਇੱਕ ਮਾਰਚ ਕਰਕੇ ਉੱਥੇ ਪਹੁੰਚਣਾ ਹੈ। ਹਾਲਾਂਕਿ ਕਿਸਾਨਾਂ ਨੇ ਕਿਹਾ ਸੀ ਘਰਾਓ ਨਹੀਂ ਕਰਾਂਗੇ ਸੰਸਦ ਦਾ, ਪਰ ਸਰਕਾਰ ਨੂੰ ਜਿਹੜਾ ਉਹ ਪ੍ਰਦਰਸ਼ਨ ਕਰਕੇ ਅਸੀਂ ਸਰਕਾਰ ਨੂੰ ਘੇਰਨ ਦਾ ਯਤਨ ਕਰਾਂਗੇ। ਜਿਸ ਕਰਕੇ ਕਿਸਾਨਾਂ ਦੇ ਵੱਲੋਂ ਹਰ ਰੋਜ਼ 200 ਦਾ ਇੱਕ ਜਥਾ 22 ਜੁਲਾਈ ਤੋਂ ਜਾਇਆ ਕਰਨਾਗਾ, ਔਰ ਉਹ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਿਆ ਕਰੂਗਾ, ਵਾਪਸ ਆ ਜਾਇਆ ਕਰੂ, ਅਗਲੇ ਦਿਨ ਹੋਰ ਜਥਾ ਜਾਇਆ ਕਰੂਗਾ। ਇੱਕ ਤਾਂ ਇਹ। ਦੂਸਰਾ ਇਹ ਕਿ ਸੰਸਦ ਦੇ ਅੰਦਰ ਵੀ ਕਿਸਾਨਾਂ ਦੀ ਆਵਾਜ਼ ਆ ਜਿਹੜੀ ਉਹ ਪਹੁੰਚਦੀ ਦਿਖਾਈ ਦੇ ਰਹੀ ਆ। ਕਿਸਾਨ ਅੰਦੋਲਨ ਨੂੰ ਸਮਰਥਨ ਮਿਲ ਰਿਹਾ, ਗਾਇਕ ਵੀ ਦੇ ਰਹੇ ਨੇ ਤੇ ਹੋਰ ਵੀ ਬਹੁਤ ਸਾਰੀਆਂ ਪਾਸਿਓਂ ਆ ਰਿਹਾ ਗਾ। ਲੋਕਾਂ ਦਾ ਵੱਡੀ ਗਿਣਤੀ ਦੇ ਵਿੱਚ ਉੱਥੇ ਦੁਬਾਰੇ ਪਹੁੰਚਣ ਲੱਗ ਗਏ। ਝੋਨੇ ਦਾ ਗਿੱਲ ਸਾਹਿਬ ਮੀਂਹ ਪੈ ਗਏ, ਮਾਨਸੂਨ ਦਾ ਇੱਕ ਭਰਮਾ ਮੀਂਹ ਪੈ ਗਿਆ ਪੰਜਾਬ 'ਚ, ਦੂਸਰਾ ਭਲਕੇ ਪੈ ਜਾਣਾ। ਅੱਜ ਵੀ ਪੰਜਾਬ ਦੇ ਕੁਝ ਹਿੱਸਿਆਂ 'ਚ ਮੀਂਹ ਪਿਆ। ਇਸ ਕਰਕੇ ਝੋਨੇ ਕਣੀਓ ਕਿਸਾਨ ਹੁਣ ਨਿਸ਼ਚਿੰਤ ਹੋ ਗਏ ਤੇ ਹੁਣ ਕਿਸਾਨ ਪਹਿਲਾਂ ਦੀ ਤਰ੍ਹਾਂ ਜਿਹੜਾ ਉਹ ਦੁਬਾਰੇ ਦਿੱਲੀ ਜਾਣਾ ਸ਼ੁਰੂ ਹੋ ਗਏ ਨੇ। ਸੋ ਅੰਦੋਲਨ ਦੁਬਾਰੇ ਭਖਿਆ ਹੋਇਆ ਜੀ।
ਅੱਛਾ, ਖਹਿਰਾ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਤੇ ਖਹਿਰਾ ਦੇ ਖਿਲਾਫ 17 'ਚ ਜਿਹਨੇ ਚੋਣ ਲੜੀ ਰਣਜੀਤ ਸਿੰਘ ਰਾਣਾ, ਉਹ ਆਮ ਆਦਮੀ ਪਾਰਟੀ ਚਲੇ ਗਿਆ। ਆਮ ਆਦਮੀ ਪਾਰਟੀ ਦਾ ਲੱਗਦਾ ਸੀ ਵੀ ਸ਼ਾਇਦ ਪ੍ਰਗਟ ਸਿੰਘ ਜਾਂ ਫਿਰ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਜਾ ਸਕਦੇ ਨੇ। ਹੁਣ ਆਮ ਆਦਮੀ ਪਾਰਟੀ ਲਈ ਸੀਐਮ ਦਾ ਚਿਹਰਾ ਕਿਹੜਾ ਰਹਿ ਗਿਆ ਜੀ? ਪ੍ਰਤਾਪ ਸਿੰਘ ਬਾਜਵੇ ਦਾ ਪੈ ਸਕਦਾ ਗੁਣਾ? ਜੀ ਗੱਲ ਸਭ ਕੁਝ ਵੀ ਹੋ ਸਕਦਾ, ਪੈ ਸਕਦਾ, ਪਰ ਤੁਸੀਂ ਇਹ ਦੇਖੋ ਕਿ ਪ੍ਰਤਾਪ ਸਿੰਘ ਬਾਜਵਾ ਚੰਗਾ ਭਲਾ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧੀ ਰਿਹਾ ਹੁਣ ਤੱਕ, ਕਿ ਕੈਪਟਨ ਅਮਰਿੰਦਰ ਦੇ ਨਾਲ ਰਲ ਗਿਆ। ਸੋ ਉਹਨੇ ਤਾਂ ਮੈਨੂੰ ਲੱਗਦਾ ਜੀ ਵਿਰੋਧੀ ਧਿਰ 'ਚ ਹੀ ਰਹਿਣਾ ਮੈਨੂੰ ਲੱਗਦਾ। ਦੋ ਬੰਦਿਆਂ ਨਾਲ ਮਤਲਬ ਇਸ ਮੌਕੇ ਜੇ ਦੇਖੋ ਜਿਸ ਹਿਸਾਬ ਨਾਲ MLA ਜੁੜ ਰਹੇ ਨੇ, ਜੇ ਬੁੱਧਵਾਰ ਨੂੰ ਜਿਸ ਦਿਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਸਾਹਿਬ ਜਾਣਾ ਹਰਿਮੰਦਰ ਸਾਹਿਬ ਮੱਥਾ ਟੇਕਣ, ਤਾਂ ਉਸ ਦਿਨ ਜੇ 50 ਦੇ ਲਗਭਗ ਜਿਵੇਂ ਲੱਗ ਰਿਹਾ, ਜੇ MLA ਆਉਂਦੇ ਨੇ ਤਾਂ ਤੁਹਾਡੇ ਵਾਲੀ ਗੱਲ ਆ ਗਿੱਲ ਸਾਹਿਬ ਕਿ CM ਦੀ ਕੁਰਸੀ ਵੀ ਖਿਸਕ ਸਕਦੀ ਆ। ਉਹਦੇ ਜੋ ਦੋ ਬੰਦਿਆਂ ਨੇ ਗਿੱਲ ਸਾਹਿਬ ਇਸ ਮੌਕੇ ਦੇ ਉੱਤੇ ਉਹਨਾਂ ਨੂੰ ਲੱਗੂ ਕਿ ਸਿਆਸੀ ਗਲਤੀ ਕਰ ਲਈ, ਇੱਕ ਸੁਖਪਾਲ ਸਿੰਘ ਖਹਿਰਾ, ਇੱਕ ਪ੍ਰਤਾਪ ਸਿੰਘ ਬਾਜਵਾ, ਕਿਉਂਕਿ ਖਹਿਰੇ ਨੂੰ ਫਿਰ ਇਹ ਲੱਗੂ ਕਿ ਜੇ ਮੈਂ ਕਾਂਗਰਸ 'ਚ ਹੀ ਆਉਣਾ ਸੀ ਸਿੱਧੂ ਰਾਹੀਂ ਆ ਜਾਂਦਾ, ਕਾਹਨੂੰ ਕੈਪਟਨ ਰਾਹੀਂ ਸ਼ਾਮਲ ਹੋਣਾ ਸੀ। ਉਹ ਵੀ ਉਸ ਮੌਕੇ ਜਦੋਂ ਸਿੱਧੂ ਨੂੰ ਪ੍ਰਧਾਨਗੀ ਦਿੱਤੀ ਜਾ ਰਹੀ ਸੀ ਉਦੋਂ ਸ਼ਾਮਲ ਕਰਾਇਆ ਕੈਪਟਨ ਅਮਰਿੰਦਰ ਸਿੰਘ ਨੇ ਖਹਿਰੇ ਨੂੰ। ਤਾਂ ਦੂਸਰੇ ਪ੍ਰਤਾਪ ਸਿੰਘ ਬਾਜਵਾ ਹੋਣਗੇ। ਹੁਣ ਵੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਦੇ ਫੋਟੋਆਂ ਪਾਈਆਂ ਨੇ ਕਿ ਕੁਝ MLA ਮੈਨੂੰ ਵੀ ਮਿਲ ਰਹੇ ਨੇ, ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਬ੍ਰਦਰ ਬੈਠਾ ਨਾਲ, ਸੋ ਜਿਹਦੇ ਚੋਂ ਹੁਣ ਵੀ ਮਤਲਬ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੈਠੇ, ਸੋ ਇਸ ਕਰਕੇ ਗੁਣਾ ਉੱਧਰ ਨੂੰ ਪੈ ਸਕਦਾ। ਦੂਸਰਾ ਇਹ ਕਿ ਜਿਹੜਾ ਸਿਆਸੀ ਤੌਰ ਦੇ ਉੱਤੇ ਗਿੱਲ ਸਾਹਿਬ ਲੋਕਤੰਤਰ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਵੀ ਕਿ ਕਿਰਦਾਰ ਹੁੰਦੇ ਆਗੂਆਂ ਦੇ। ਤੁਸੀਂ ਇਹ ਦੇਖੋ ਕਿ ਇਹਦੇ ਚੋਂ ਹੁਣ ਭਲੱਥ ਤੋਂ ਹੀ ਲਾ ਲਓ, ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ, ਉਹ ਕਾਂਗਰਸ 'ਚ ਚਲਿਆ ਗਿਆ, ਹੁਣ ਉਹ ਕਾਂਗਰਸ ਬਣੀ ਉਮੀਦਵਾਰ ਹੋਊ 2022 ਦੇ ਵਿੱਚ ਭਲੱਥ ਤੋਂ। ਜਿਹਨੇ ਕਾਂਗਰਸ ਵੱਲੋਂ ਖਹਿਰੇ ਖਿਲਾਫ ਚੋਣ ਲੜੀ ਸੀ ਉਹ ਆਮ ਆਦਮੀ ਪਾਰਟੀ 'ਚ ਆ ਗਿਆ, ਸੋ ਜ਼ਿਆਦਾ ਚਾਂਸ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹੋਊਗਾ। ਸੋ ਇਹ ਤੁਸੀਂ ਦੇਖੋ ਕਿ ਜਿਹੜਾ ਬੰਦਾ ਕਾਂਗਰਸ ਦਾ ਉਮੀਦਵਾਰ ਸੀ ਉਹ ਝਾੜੂ ਕਣੀ ਜਾਗ ਲਿਆ, ਜਿਹੜਾ ਝਾੜੂ ਦਾ ਉਮੀਦਵਾਰ ਸੀ ਉਹ ਕਾਂਗਰਸ ਕਣੀ ਜਾ ਵੜਿਆ। ਸੋ ਲੋਕ ਕੀ ਸੋਚਣ, ਕਿਹਨੂੰ ਚੁਣਨ, ਲੋਕ ਕੀ ਉਹ ਕਰਨ ਕਿ ਕਿੱਧਰ ਨੂੰ ਕਦੋਂ ਕੋਈ ਚਲਿਆ ਜਾਵੇ, ਕੋਈ ਪਤਾ ਨਹੀਂ ਹੈ। ਸੋ ਇਸ ਕਰਕੇ ਸਿਆਸਤ ਦੇ ਵਿੱਚ ਕਾਫੀ ਕੁਝ ਅਜਿਹਾ ਹੋ ਰਿਹਾ ਜਿਹੜਾ ਲੋਕਾਂ ਨੇ ਸੋਚਿਆ ਨਹੀਂ ਹੁੰਦਾ, ਸੋ ਇਸ ਕਰਕੇ ਹਾਲਤ ਬਣੀ ਹੋਈ ਆ ਜੀ। ਧੰਨਵਾਦ ਜੀ, ਤੇ ਕੱਲ ਨੂੰ ਫਿਰ 9:15 ਵਜੇ ਗੱਲਬਾਤ ਹੋਏਗੀ। ਸ਼ੁਭ ਸ਼ਾਮ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਅਮਨ ਖਹਿਰਾ CWC ਇਮੀਗ੍ਰੇਸ਼ਨ ਤੋਂ ਮੇਰੇ ਨਾਲ ਨੇ, ਗੱਲਬਾਤ ਕਰਾਂਗੇ ਕਿ ਜਿਹੜਾ ਫਰਾਡ ਮੈਰਿਜਸ ਦੀ ਗੱਲਬਾਤ ਚੱਲ ਰਹੀ ਹੈ, ਮੈਰਿਜ ਆਫ ਕਨਵੀਨੀਅੰਸ, ਜਿਹੜੀ ਇਸ ਦੀ ਕਹਾਣੀ ਕੀ ਹੈ, ਰਿਫਿਊਜ਼ਲ ਕਿਵੇਂ ਹੋ ਰਹੀ ਹੈ, ਇਸ ਦੇ ਬਾਰੇ। ਖਹਿਰਾ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਔਰ ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਮੈਨੂੰ ਇਹ ਪਤਾ ਲੱਗਿਆ ਵੀ ਪੰਜਾਬ ਦੇ ਵਿੱਚੋਂ 13,000 ਦੇ ਕਰੀਬ ਅਰਜ਼ੀਆਂ ਜਿਹੜੀਆਂ ਨੇ ਵਿਦਿਆਰਥੀਆਂ ਦੀਆਂ ਉਹ ਰਿਫਿਊਜ਼ ਹੋ ਗਈਆਂ, ਗੱਲ ਸੱਚ ਹੈ ਜੀ? ਜੀ ਬਿਲਕੁਲ ਬਾਈ ਜੀ, ਸਿਰਫ 13,000 ਐਪਲੀਕੇਸ਼ਨ ਰਿਫਿਊਜ਼ ਹੋਣਾ ਇੱਕ ਅਚੰਭੇ ਵਾਲੀ ਗੱਲ ਨਹੀਂ, ਪਰ ਇੱਕੋ ਦਿਨ 13,000 ਐਪਲੀਕੇਸ਼ਨਸ ਦਾ ਡਿਸੀਜਨ ਲਿਆ ਜਾਣਾ ਰਿਫਿਊਜ਼ਲ ਦਾ, ਇਹ ਬਿਲਕੁਲ ਚਿੰਤਾ ਦਾ ਵਿਸ਼ੇ ਹੈ। ਬਿਕੋਜ਼ ਜਿਸ ਹਿਸਾਬ ਦਾ ਹੁਣ ਜਿਹੜਾ ਇਨਫੋਰਮੇਸ਼ਨ ਆ ਰਹੀ ਹੈ ਉਹ ਅਵੇਲੇਬਲ ਹੈ, ਮੀਡੀਆ ਤੇ ਅਵੇਲੇਬਲ ਹੈ, ਓਪਨ ਚੈਨਲਸ ਤੇ ਅਵੇਲੇਬਲ ਹੈ, ਔਰ ਉਹ ਰੋਜ਼ ਦੀ ਡਿਸਕਸ਼ਨਸ ਹੋ ਰਹੀਆਂ ਨੇ ਜਿਹੜੀ ਮੈਰਿਜ ਆਫ ਕਨਵੀਨੀਅੰਸ ਹੈ, ਖਾਸ ਕਰਕੇ ਸਟੂਡੈਂਟਸ ਨੂੰ ਲੈ ਕੇ, ਜਦੋਂ ਕੈਨੇਡਾ ਦੇ ਵਿੱਚ ਸਪਾਊਸ ਨੂੰ ਸਪਾਂਸਰ ਕਰਦੇ ਨੇ, ਮੰਗਵਾਉਂਦੇ ਨੇ ਕੈਨੇਡਾ ਦੇ ਵਿੱਚ। ਸੋ ਉਹ ਜਿਹੜੀ ਮੈਰਿਜ ਆਫ ਜਾਂ ਕੰਟਰੈਕਟ ਮੈਰਿਜਸ ਨੇ ਉਹਨਾਂ ਬਾਰੇ ਸਰਕਾਰ ਜ਼ਰੂਰ ਅਵੇਅਰ ਹੈ, ਔਰ ਉਹਦਾ ਹੀ ਨਤੀਜਾ ਜਿਹੜੀ ਨੰਬਰ ਆਫ ਐਪਲੀਕੇਸ਼ਨਸ ਨੇ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਇਮੀਗ੍ਰੇਸ਼ਨ ਨੇ ਰਿਫਿਊਜ਼ ਕੀਤੀਆਂ ਨੇ। ਇਸ ਦੇ ਨਾਲ ਸਰਕਾਰ ਨੇ ਦੂਸਰੀ ਜਿਹੜੀ ਚੀਜ਼ ਕੀਤੀ ਹੈ, ਕਿਉਂਕਿ ਇੰਡੀਆ ਇੱਕ ਬਹੁਤ ਮੇਜਰ ਸੋਰਸ ਕੰਟਰੀ ਸੀ ਕਿਸੇ ਵਿਦਿਆਰਥੀ ਨੇ ਜੇ ਕੈਨੇਡਾ ਪੜ੍ਹਨ ਆਉਣਾ ਤਾਂ ਯੂਨੀਵਰਸਿਟੀਜ਼ ਤੇ ਕਾਲਜਿਸ ਵੀ ਰਿਲਾਈ ਕਰਦੀਆਂ ਸੀ। ਇਹ ਜਿਹੜਾ ਇਸ਼ੂ ਹੈ ਇਹ ਕੋਈ ਨਵਾਂ ਇਸ਼ੂ ਨਹੀਂ ਹੈ, ਇਹ ਪੁਰਾਣੇ ਸਮੇਂ ਦੇ ਵਿੱਚ ਵੀ ਨਿਊਜ਼ 'ਚ ਆਉਂਦਾ ਰਿਹਾ, ਜਿਹੜਾ ਮੈਰਿਜ ਆਫ ਕਨਵੀਨੀਅੰਸ ਦਾ ਇਸ਼ੂ ਹੈ। ਇਸ਼ਤਿਹਾਰ ਜਿਹੜੇ ਸੀ ਓਪਨਲੀ ਇਸ਼ਤਿਹਾਰ ਦਿੱਤੇ ਜਾਂਦੇ ਸੀ, ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਕਿਹਾ ਜਾਂਦਾ ਸੀ ਵੀ ਸਾਡੀ ਜਿਹੜੀ ਲੜਕੀ ਹੈ ਜਾਂ ਲੜਕੇ ਨੇ ਆਈਲੈਟਸ ਦੇ ਵਿੱਚ 6 ਬੈਂਡਸ ਕੀਤੇ ਹੋਏ ਨੇ, ਉਹ ਸਟੂਡੈਂਟ ਵੀਜ਼ੇ ਦੀਆਂ ਸਾਰੀਆਂ ਸ਼ਰਤਾਂ ਪੂਰੇ ਕਰਦੇ ਨੇ। ਸਿਰਫ ਐਂਡ ਸਿਰਫ ਜਿਹੜੀ ਫਾਈਨੈਂਸ਼ੀਅਲ ਹੈ,
ਜਿਹੜੀ ਫਾਈਨੈਂਸ਼ੀਅਲ ਐਸਪੈਕਟ ਹੁੰਦਾ ਜਿਹਦੇ 'ਚ ਇੱਕ ਵਿਦਿਆਰਥੀ ਨੇ ਸਿਰਫ $10,000 ਦੀ ਜਿਹੜੀ ਗੈਰੰਟਿਡ ਇਨਵੈਸਟਮੈਂਟ GIC ਹੈ ਉਹਨੂੰ ਦਿਖਾਉਣਾ ਹੁੰਦਾ, ਉਸ ਦੀ ਜਿਹੜੀ ਰਿਕੁਆਇਰਮੈਂਟ ਸੀ ਉਹ ਜਿਹੜੀ ਪ੍ਰੀ ਰਿਕੁਇਜ਼ਿਟ ਸੀ ਉਹਨੂੰ ਮੀਟ ਕਰਨ ਲਈ ਇਹ ਜਿਹੜੇ ਕੰਟਰੈਕਟ ਸੀ ਕਰੇ ਜਾਂਦੇ ਸੀ, ਜਿੱਥੇ ਜਿਹੜਾ ਵਿਦਿਆਰਥੀ ਹੈ, ਜਿਹੜਾ ਪ੍ਰਿੰਸੀਪਲ ਐਪਲੀਕੈਂਟ ਹੈ, ਜਿਹੜਾ ਕੁਆਲੀਫਾਈਡ ਵਿਦਿਆਰਥੀ ਹੈ, ਜਦੋਂ ਕੈਨੇਡਾ ਦੇ ਵਿੱਚ ਦਾਖਲ ਹੁੰਦਾ, ਦਾਖਲ ਹੋਣ ਤੋਂ ਬਾਅਦ ਜਿਹੜੀ ਹੈ ਇਸ ਜਿਹੜੀ ਐਪਲੀਕੇਸ਼ਨ ਹੈ ਇਹ ਕੀਤੀ ਜਾਂਦੀ ਸੀ। ਆਮ ਕਰਕੇ ਤੇ ਵਰਡ ਯੂਜ਼ ਕੀਤਾ ਜਾਂਦਾ ਬਈ ਜੀ ਸਪਾਂਸਰਸ਼ਿਪ। ਇਹ ਸਪਾਂਸਰਸ਼ਿਪ ਨਹੀਂ ਹੈ, ਕਿਉਂਕਿ ਜਿਹੜਾ ਵਿਦਿਆਰਥੀ ਆਉਣ ਵਾਲਾ ਵਿਦਿਆਰਥੀ ਹੈ ਉਹਦੇ ਕੋਲ ਕੋਈ ਰਾਈਟ ਨਹੀਂ ਹੈ ਸਪਾਂਸਰਸ਼ਿਪ ਦਾ। ਇਹ ਸਿਰਫ ਐਂਡ ਸਿਰਫ ਬਾਈ ਵਰਚੂ ਆਫ ਦੇ ਰਿਲੇਸ਼ਨਸ਼ਿਪ, ਜੇ ਕੋਈ ਸਟੂਡੈਂਟ ਵੀਜ਼ਾ ਤੇ ਪਰਮਿਟ ਹਾਸਲ, ਜੇ ਸਟੂਡੈਂਟ ਵੀਜ਼ਾ ਤੇ ਸਟੱਡੀ ਪਰਮਿਟ ਹਾਸਲ ਕਰ ਲੈਂਦਾ, ਉਹ ਜੇ ਆਪਣੇ ਸਪਾਊਸ ਨੂੰ ਬਗਾਉਣਾ ਚਾਹੁੰਦਾ, ਉਹ ਇੱਕ ਐਗਜ਼ੈਂਪਸ਼ਨ, ਇੱਕ ਐਪਲੀਕੇਸ਼ਨ ਸੀਕ ਕਰਦਾ ਜਿਹਦੇ ਰਾਹੀਂ ਉਹ LMI ਹੈ ਜਾਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਨੂੰ ਬਾਈਪਾਸ ਕਰਦਾ ਪ੍ਰੋਸੈਸ ਨੂੰ। ਅੱਛਾ ਜੀ। ਤੇ ਤਦ ਹੀ ਉਹਨਾਂ ਦੀ ਜਿਹੜੀ ਓਪਨ ਐਪਲੀਕੇਸ਼ਨ ਹੈ ਜਾਂ ਓਪਨ ਜਿਹੜੀ ਵਰਕ ਪਰਮਿਟ ਦੀ ਐਪਲੀਕੇਸ਼ਨ ਹੈ ਉਹ ਅਸੈਸ ਕੀਤੀ ਜਾਂਦੀ ਹੈ। ਨਾਓ ਇਹ ਰਿਲੇਸ਼ਨਸ਼ਿਪ ਦੇ ਤੌਰ ਤੇ ਜਿਹੜਾ ਇਹ ਪ੍ਰਿਵਿਲੇਜ ਮਿਲਦਾ ਹੈ, ਜਿਹੜਾ ਇੱਥੋਂ ਦਾ ਜਿਹੜਾ ਸਟੂਡੈਂਟ ਹੈ ਜਾਂ ਵਰਕ ਪਰਮਿਟ ਹੋਲਡਰ ਹੈ, ਹਾਈ ਸਕਿੱਲ ਵਰਕ ਪਰਮਿਟ ਹੋਲਡਰ ਹੈ, ਉਹਨੂੰ ਇਹ ਪ੍ਰਿਵਿਲੇਜ ਜਿਹੜਾ ਦਿੱਤਾ ਜਾਂਦਾ ਹੈ। ਨਾਓ ਇਹ ਪ੍ਰਿਵਿਲੇਜ ਨੂੰ ਗਲਤ ਤਰੀਕੇ ਨਾਲ ਕਈ ਵਿਅਕਤੀਆਂ ਵੱਲੋਂ ਇਸਤੇਮਾਲ ਕੀਤਾ ਗਿਆ, ਸਾਰਿਆਂ ਵੱਲੋਂ ਨਹੀਂ, ਕਈ ਵਿਅਕਤੀਆਂ ਵੱਲੋਂ। ਬਹੁਤ ਇਹੋ ਜਿਹੇ ਸਟੂਡੈਂਟ ਸੀ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਵੈਡਿੰਗ ਹੋਈਆਂ ਸੀ ਤੇ ਉਹ ਤੋਂ ਬਾਅਦ ਉਹ ਸਟੂਡੈਂਟ ਵੀਜ਼ਾ ਲੈ ਕੇ ਕੈਨੇਡਾ ਆ ਗਏ। ਉਹ ਤੋਂ ਬਾਅਦ ਉਹਨਾਂ ਨੇ ਆਪਣੇ ਸਪਾਊਸ ਨੂੰ ਸਪਾਂਸਰ ਕੀਤਾ ਔਰ ਉਹ ਤੋਂ ਬਾਅਦ ਸਰਕਾਰ ਨੇ ਪਰਮਿਟਸ ਵੀ ਦਿੱਤੇ। ਬਹੁਤ ਇਹੋ ਜਿਹੇ ਸਟੂਡੈਂਟ ਸੀ ਜਿਨ੍ਹਾਂ ਦੇ ਜਦੋਂ ਉਹ ਕੈਨੇਡਾ ਦੇ ਵਿੱਚ ਪੜ੍ਹ ਰਹੇ ਸੀ, ਉਮਰ, ਕਿਉਂਕਿ ਆਪਣੀ ਐਵਰੇਜ ਜਿਹੜੀ ਉਮਰ ਹੈ ਉਹ 22, 25, 28 ਸਾਲ ਦੇ ਵਿੱਚ ਵਿਆਹ ਹੋ ਜਾਂਦਾ। ਸੋ ਜਦੋਂ ਉਸ ਏਜ ਦੇ ਵਿੱਚ ਜਦੋਂ ਉਹਨਾਂ ਦੀ ਪੜ੍ਹਾਈ ਪੂਰੀ ਨਹੀਂ ਹੋਈ, ਬਿਲਕੁਲ ਜਾ ਕੇ ਉਹ ਵਾਪਸ ਇੰਡੀਆ ਦੇ ਵਿੱਚ ਗਏ, ਵਿਆਹ ਕੀਤਾ ਤੇ ਉਹ ਤੋਂ ਬਾਅਦ ਸਪਾਂਸਰ ਕਰਕੇ ਆਪਣੇ ਸਪਾਊਸ ਨੂੰ ਲੈ ਆਏ। ਪਰ ਬਹੁਤ ਇਹੋ ਜਿਹੇ ਨੰਬਰ ਸੀ ਜਿਹੜੇ ਵਿਆਹ ਕਰਕੇ ਆਏ, ਖਾਸ ਕਰਕੇ 12ਵੀਂ ਤੋਂ ਬਾਅਦ, ਜਦੋਂ ਉਹਨਾਂ ਦੀ ਉਮਰ 18 ਜਾਂ 19 ਸਾਲ ਹੈ ਜਾਂ 20 ਸਾਲ ਹੈ, ਉਦੋਂ ਇਹ ਵਿਆਹ ਜਿਹੜੇ ਸੀ ਇਹ ਕੀਤੇ ਗਏ। ਫਾਈਨੈਂਸ਼ੀਅਲ ਜਿਹੜੀ ਐਸਪੈਕਟ ਰੱਖਿਆ ਗਿਆ ਸੀ ਸਰਕਾਰ ਵੱਲੋਂ, ਕਿਉਂਕਿ ਉਹਦੀ ਰਿਕੁਆਇਰਮੈਂਟ ਬਹੁਤ ਥੋੜ੍ਹੀ ਰੱਖੀ ਗਈ ਸੀ ਔਰ ਬਹੁਤ ਸਟ੍ਰੇਟ ਫਾਰਵਰਡ ਰੱਖੀ ਗਈ ਸੀ, ਜਿਹਦੇ ਵਿੱਚ ਸਰਕਾਰ ਤੁਹਾਡਾ ਬੈਕਗਰਾਊਂਡ ਚੈੱਕ ਨਹੀਂ ਕਰਦੀ। ਕਿਸੇ ਵੀ ਵਿਅਕਤੀ ਤੋਂ ਇਹ ਨਹੀਂ ਪੁੱਛਿਆ ਜਾਂਦਾ ਸਟੂਡੈਂਟ ਵੀਜ਼ਾ ਤੋਂ ਵੀ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਦਿਖਾਓ ਵੀ ਤੁਸੀਂ ਤੁਹਾਡੀ ਫਾਈਨੈਂਸ਼ੀਅਲ ਐਬਿਲਿਟੀ ਕੀ ਰਹੀ ਹੈ, ਕਿੰਨੇ ਕੁ ਤੁਸੀਂ ਟੈਕਸ ਭਰੇ ਨੇ, ਜਿਹੜਾ ਕਿ ਪਹਿਲਾਂ ਰਿਕੁਆਇਰਮੈਂਟ ਹੁੰਦੀ ਸੀ। ਇਹ ਵੇਵ ਹੋਣ ਕਰਕੇ ਹੀ ਜਿਹੜਾ ਸਟੂਡੈਂਟ ਵੀਜ਼ਾ ਦਾ ਇੰਨਾ ਸਕਸੈਸ ਰੇਟ ਵਧਿਆ, ਜਿਹਦੇ ਵਿੱਚ ਬਹੁਤ ਸਟੂਡੈਂਟਸ ਕੈਨੇਡਾ ਦੇ ਵਿੱਚ ਆਏ। ਬਟ ਹੁਣ ਸਰਕਾਰ ਨੇ ਕੀ ਕੀਤਾ, 6 ਹੋਰ ਕੰਟਰੀਜ਼ ਨਾਲ ਜਿਹੜਾ SDS ਪ੍ਰੋਗਰਾਮ ਹੈ ਇਹਦੀ ਐਗਰੀਮੈਂਟ ਸਾਈਨ ਕਰ ਲਏ ਨੇ। ਉਹ 6 ਕੰਟਰੀਜ਼ ਨੂੰ ਵੀ ਵੇਵਰ ਦੇ ਦਿੱਤਾ ਤਾਂ ਕਿ ਉਹ ਵੀ ਇੱਕ ਮੇਜਰ ਸੋਰਸ ਕੰਟਰੀ ਬਣ ਜਾਣ ਔਰ ਆਫਸੈਟ ਕਰ ਦੇਣ ਜਿਹੜੀ ਸਰਕਾਰ ਇੰਡੀਆ ਵੱਲ ਝਾਕਦੀ ਸੀ, ਤਾਂ ਉਹਨਾਂ ਨੂੰ ਆਫਸੈਟ ਕਰ ਦੇਣ। ਸਰਕਾਰ ਨੇ ਈਵਨ ਦੋ ਪਾਕਿਸਤਾਨ ਨਾਲ ਵੀ ਸਾਈਨ ਕਰ ਲਿਆ ਐਗਰੀਮੈਂਟ। ਸੋ ਇਹ ਚੀਜ਼ ਇੰਡੀਆ ਲਈ ਬਿਲਕੁਲ ਇੱਕ ਚਿੰਤਾ ਦਾ ਵਿਸ਼ਾ, ਖਾਸ ਕਰਕੇ ਜਿਹੜੇ ਹਿੰਦੁਸਤਾਨੀ ਸਟੂਡੈਂਟਸ ਨੇ ਹੁਣ ਜਿਹੜੇ ਫਿਊਚਰ ਦੇ ਵਿੱਚ ਆਉਣਗੇ, ਉਹਨਾਂ ਨੂੰ ਬਹੁਤ ਸਕੂਟੀ ਥਰੂ ਨਿਕਲਣਾ ਪਏਗਾ। ਪਰ ਇਹ ਜਿਹੜੇ 13,000 ਐਪਲੀਕੈਂਟਸ ਨੇ, ਇਹ ਵੀ ਇੱਕ ਬਾਇਸ ਡਿਸੀਜਨ ਹੈ, ਇਹ ਇਨਫਲੂਐਂਸ ਡਿਸੀਜਨ ਹੈ ਜਾਂ ਪ੍ਰੀ ਜੱਜ ਡਿਸੀਜਨ ਹੈਗਾ। ਸੋ ਜੇ ਇਹੋ ਜਿਹਾ ਡਿਸੀਜਨ ਕਿਸੇ ਨਾਲ ਹੋਇਆ ਤਾਂ ਬਿਲਕੁਲ ਉਹ ਸਾਡੇ ਆਫਿਸ ਨੂੰ ਬਾਈ ਜੀ ਕੰਟੈਕਟ ਕਰ ਸਕਦੇ ਨੇ, ਉਹਨਾਂ ਦੀ ਅਪੀਲ ਕੀਤੀ ਜਾ ਸਕਦੀ ਹੈ, ਸਕਸੈਸਫੁਲੀ ਅਪੀਲ ਕਰਕੇ ਜਿਹੜਾ ਉਹਨਾਂ ਨੂੰ ਜਿਹੜਾ ਫੇਵਰੇਬਲ ਡਿਸੀਜਨ ਜਿਹੜਾ ਦਵਾਇਆ ਜਾ ਸਕਦਾ, ਡਿਪੈਂਡਿੰਗ ਅਪੋਨ ਜਿਹੜੇ ਕੁਆਲੀਫਾਈਡ ਇੰਡੀਵਿਜੂਅਲ ਸੀ। ਪਿਛਲੇ ਸਮੇਂ ਦੇ ਵਿੱਚ ਸਾਡੇ ਕੋਲ ਕੋਈ ਸਟੂਡੈਂਟ ਆਏ ਜਿਨ੍ਹਾਂ ਦੇ 7+ ਬੈਂਡਸ ਨੇ, ਜਿਹੜੇ ਹਰੇਕ ਮੈਰਿਟ ਨੂੰ ਪੂਰਾ ਕਰਦੇ ਨੇ ਸਟੂਡੈਂਟ ਵੀਜ਼ਾ ਦੀ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਐਪਲੀਕੇਸ਼ਨ ਕਰਨਗੇ ਤਾਂ ਬਹੁਤ ਹੀ ਸਟਰੋਂਗ ਕੇਸ ਹੈ ਤੇ ਰਿਫਿਊਜ਼ਲ ਹੋਣ ਦਾ ਕੋਈ ਰੀਜ਼ਨ ਨਹੀਂ ਬਣਦਾ। ਉਹਨਾਂ ਐਪਲੀਕੇਸ਼ਨਸ ਨੂੰ ਵੀ ਸਰਕਾਰ ਨੇ ਟਰਨ ਡਾਊਨ ਕਰਤਾ। ਇਹ ਸਾਰੇ ਜਿਹੜਾ ਚੱਲ ਰਿਹਾ ਹੈਗਾ, ਜਿਹੜਾ ਮੈਰਿਜ ਆਫ ਕਨਵੀਨੀਅੰਸ ਦਾ ਇਸ਼ੂ ਚੱਲ ਰਿਹਾ, ਸੋ ਇਹੋ ਜਿਹਾ ਕੋਈ ਵੀ ਡਿਸੀਜਨ ਹੁੰਦਾ ਤਾਂ ਤੁਸੀਂ ਚੁੱਪ ਕਰਕੇ ਘਰ ਨਾ ਬੈਠਿਆ ਕਰੋ, ਅੱਗੇ ਉਹਨੂੰ ਅਪੀਲ ਕਰਿਆ ਕਰੋ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਖਿਲਾਫ ਜਿਹੜਾ ਡਿਸੀਜਨ ਲਿਆ ਜਾ ਰਿਹਾ। ਅੱਛਾ ਜੀ, ਹੁਣ ਇਹ ਜਸਟੀਫਿਕੇਸ਼ਨ, ਉੱਥੇ ਦੇ ਐਡਵਰਟਾਈਜ਼ਮੈਂਟ, ਇੱਥੇ ਦਾ ਸੋਸ਼ਲ ਮੀਡੀਆ ਤੇ ਰੌਲਾ, ਹਰ ਰੋਜ਼ ਦਾ ਨਵਾਂ ਕੇਸ, ਡਿਪੋਰਟ ਦੀਆਂ ਗੱਲਾਂ, ਇਹ ਜਿਹੜਾ ਫਰਾਡ ਮੈਰਿਜਸ ਜਾਂ ਮੈਰਿਜ ਆਫ ਕਨਵੀਨੀਅੰਸ ਤੁਸੀਂ ਕਹਿੰਦੇ ਹੋ, ਇਸ ਨੂੰ ਕਿਤੇ ਜਸਟੀਫਿਕੇਸ਼ਨ ਹੋ ਸਕਦੀ ਹੈ ਜੀ ਇਹ ਵੀ ਹਾਂ ਮੈਂ ਸਾਡਾ ਵਿਆਹ ਹੋਣ ਦੀ ਗੱਲ ਹੈ ਤੇ ਮੈਂ ਆਪਣੀ ਘਰ ਵਾਲੀ ਤੇ ਪੈਸੇ ਖਰਚੇ, ਘਰ ਵਾਲੀ ਉੱਥੇ ਚਲੇ ਗਈ, ਮੈਂ ਉੱਥੇ ਜਾਣਾ, ਇਹਦੀ ਜਸਟੀਫਿਕੇਸ਼ਨ ਹੈ ਜੀ ਕਿਤੇ? ਜੀ ਬਿਲਕੁਲ। ਸਭ ਤੋਂ ਪਹਿਲਾਂ ਬਾਈ ਜੀ ਇਹ ਜਿਹੜਾ ਮੈਰਿਜ ਆਫ ਕਨਵੀਨੀਅੰਸ ਜਾਂ ਕੰਟਰੈਕਟ ਮੈਰਿਜਸ ਹੈ, ਮੈਂ
ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਵੀ ਕਈ ਵਾਰ ਪੁਰਾਣੇ ਸਮੇਂ ਦੇ ਵਿੱਚ ਪਿਛਲੇ ਹਫ਼ਤੇ ਦੇ ਵਿੱਚ ਹੀ ਦੇਖੀਆਂ, ਜਿੱਥੇ ਕਈ ਵਿਅਕਤੀ ਇਹ ਸਮਝੀ ਬੈਠੇ ਨੇ ਵੀ ਕੰਟਰੈਕਟ ਮੈਰਿਜ ਇੱਕ ਲੀਗਲ ਪ੍ਰੋਸੈਸ ਹੈ, ਤੇ ਜੇ ਤੁਸੀਂ ਕਿਸੇ ਨੂੰ ਪੈਸੇ ਲਾ ਦਿੰਦੇ ਹੋ ਜਾਂ ਫਾਈਨੈਂਸ਼ੀਅਲ ਹੈਲਪ ਕਰ ਦਿੰਦੇ ਹੋ ਤਾਂ ਦੂਸਰੇ ਵਿਅਕਤੀ ਦੀ ਕੋਈ ਆਬਲੀਗੇਸ਼ਨ ਹੋ ਜਾਂਦੀ ਹੈ। ਜੇ ਉਹ ਸਪਾਂਸਰਸ਼ਿਪ ਐਕਸਟੈਂਡ ਨਹੀਂ ਕਰਦੇ ਤਾਂ ਦੂਸਰਾ ਵਿਅਕਤੀ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇਹੋ ਜਿਹਾ ਬਿਲਕੁਲ ਨਹੀਂ ਹੈ। ਤੁਸੀਂ ਕਿਸੇ ਵੀ ਵਿਅਕਤੀ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ, ਨਾ ਇਮੀਗ੍ਰੇਸ਼ਨ ਡਿਪਾਰਟਮੈਂਟ ਕਰ ਸਕਦਾ, ਨਾ ਕਿਸੇ ਕਿਸਮ ਦਾ ਕੋਈ ਤੁਹਾਡੇ ਵੱਲੋਂ ਪ੍ਰੈਸ਼ਰਾਈਜ਼ ਕਰਕੇ ਇਹ ਐਪਲੀਕੇਸ਼ਨ ਕਰੀ ਜਾ ਸਕਦੀ ਹੈ, ਕੋਈ ਕੰਪਲੇਨ ਕਰੀ ਜਾ ਸਕਦੀ ਹੈ ਵੀ ਮੈਨੂੰ ਜਿਹੜੀ ਇਹ ਇਨਵੀਟੇਸ਼ਨ ਹੈ ਕਿਉਂ ਨਹੀਂ ਦਿੱਤੀ ਗਈ। ਸੋ ਇਹ ਆਪਣਾ ਤੁਹਾਡਾ ਦੋ ਪਾਰਟੀਜ਼ ਦਾ ਆਪਣਾ ਡਿਸੀਜਨ ਹੈ ਵੀ ਕਦੋਂ ਇਹ ਜਿਹੜੀ ਹੈ ਸਪਾਂਸਰਸ਼ਿਪ ਦਿੱਤੀ ਜਾਵੇ। ਸਰਕਾਰ ਨੇ ਤਾਂ ਇੱਕ ਤੁਹਾਨੂੰ ਆਪਸ਼ਨ ਦਿੱਤੀ ਹੋਈ ਹੈ ਵੀ ਤੁਸੀਂ ਵਰਕ ਪਰਮਿਟ ਲੈ ਸਕਦੇ ਹੋ। ਨਾਓ ਜਦੋਂ ਵੀ ਮੈਰਿਜ ਆਫ ਕਨਵੀਨੀਅੰਸ ਜਿਹੜਾ ਹੈਗਾ ਇੱਕ ਬ੍ਰੌਡ ਟੌਪਿਕ ਹੈਗਾ। ਸਪਾਂਸਰਸ਼ਿਪ ਐਪਲੀਕੇਸ਼ਨਸ 'ਚ ਵੀ ਹੁੰਦਾ, ਜਦੋਂ ਕੋਈ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਕਿਸੇ ਨੂੰ ਸਪਾਂਸਰ ਕਰਦਾ ਉਦੋਂ ਵੀ ਇਹ ਚੀਜ਼ ਦੇਖੀ ਜਾਂਦੀ ਹੈ ਵੀ ਕੋਈ ਐਕਟ ਦੀ ਪ੍ਰਿਵਿਲੇਜ ਹਾਸਲ ਤਾਂ ਨਹੀਂ ਕਰ ਰਿਹਾ, ਕੋਈ ਇੱਕ ਰਸਤਾ ਅਪਣਾ ਕੇ ਜਾਂ ਸਿਸਟਮ ਨੂੰ ਅਬਿਊਜ਼ ਕਰਕੇ ਕੈਨੇਡਾ ਦਾਖਲ ਹੋਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਪਰ ਇਸ ਦੇ ਨਾਲ ਨਾਲ ਜਿਹੜੇ ਐਪਲੀਕੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜੇ ਸਟੂਡੈਂਟਸ ਜਦੋਂ ਜਾਂ ਵਰਕ ਪਰਮਿਟ ਹੋਲਡਰ ਅਪਲਾਈ ਕਰਦੇ ਨੇ ਉਹਨਾਂ ਨੂੰ ਵੀ ਸਕੂਟਨਾਈਜ਼ ਕੀਤਾ ਜਾਂਦਾ ਹੈ। ਉਹਨਾਂ ਦੀ ਐਪਲੀਕੇਸ਼ਨ ਕਿਉਂਕਿ ਬਹੁਤ ਲਾਰਜ ਨੰਬਰ ਹੈ ਔਰ ਡਿਸੀਜਨ ਜਿਹੜਾ ਹੈਗਾ, ਜਿਵੇਂ ਮੈਂ ਜ਼ਿਕਰ ਕੀਤਾ ਸੀ ਵੀ ਇੰਡੀਵਿਜੂਅਲ ਨੂੰ ਪਰਮਾਨੈਂਟ ਰੈਜ਼ੀਡੈਂਸੀ ਗ੍ਰਾਂਟ ਨਹੀਂ ਕੀਤੀ ਜਾਂਦੀ, ਇੱਕ ਟੈਂਪਰੇਰੀ ਸਟੇਟਸ ਦਿੱਤਾ ਜਾਂਦਾ। ਤਾਂ ਕਰਕੇ ਬਹੁਤ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਇੰਨੀ ਸਕੂਟਨੀ ਦੇ ਵਿੱਚੋਂ ਨਹੀਂ ਨਿਕਲਦੀਆਂ। ਬਹੁਤ ਮਾਈਨਰ ਡਾਕੂਮੈਂਟਸ ਜਿਵੇਂ ਕਿ ਫੋਰ ਐਗਜ਼ਾਮਪਲ ਮੈਰਿਜ ਸਰਟੀਫਿਕੇਟ ਹੋ ਗਿਆ ਜਾਂ ਵਿਆਹ ਦਾ ਕਾਰਡ ਹੋ ਗਿਆ, ਸੋ ਬੜੇ ਬੇਸਿਕ ਡਾਕੂਮੈਂਟਸ ਤੇ ਹੀ ਸਰਕਾਰ ਜਿਹੜਾ ਫੇਸ ਵੈਲਿਊ ਡਾਕੂਮੈਂਟ ਦੀ ਫੇਸ ਵੈਲਿਊ ਦੇਖ ਕੇ ਹੀ ਤੁਹਾਡੀ ਐਪਲੀਕੇਸ਼ਨ ਨੂੰ ਮਨਜ਼ੂਰ ਕਰ ਦਿੰਦੀ ਸੀ। ਪਰ ਹੁਣ ਉਹ ਜਿਹਾ ਇਸ਼ੂ ਨਹੀਂ ਰਿਹਾ। ਹੁਣ ਜਿਹੜੀ ਸਰਕਾਰ ਆ ਬਹੁਤ ਚੁਕੰਨੀ ਹੈ ਇਸ ਮਾਮਲੇ ਨੂੰ ਲੈ ਕੇ। ਸੋ ਜਦੋਂ ਵੀ ਤੁਸੀਂ ਐਪਲੀਕੇਸ਼ਨ ਦਾਇਰ ਕਰਦਾ ਕੋਈ ਸਟੂਡੈਂਟ, ਇਹਦੇ ਦੋ ਹਿੱਸੇ ਦੇਖੇ ਜਾਂਦੇ ਨੇ। ਪਹਿਲਾ ਹਿੱਸਾ ਜਿਹੜਾ ਹੈਗਾ ਵੀ ਇਹ ਜਿਹੜਾ ਵਿਆਹ ਆ ਇਹ ਕਦੋਂ ਕਰਵਾਇਆ ਜਾ ਰਿਹਾ ਤੇ ਕਲਚਰ ਨੋਰਮਸ ਕੀ ਨੇ। ਸੋ ਜੇ ਕਲਚਰ ਨੋਰਮਸ ਤੋਂ ਥੋੜਾ ਜਿਹਾ ਵੀ ਹਟ ਕੇ ਤੁਹਾਡਾ ਕੁਝ ਹੋ ਰਿਹਾ ਤਾਂ ਬਿਲਕੁਲ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਉਹ ਨਾਮਨਜ਼ੂਰ ਕਰ ਦਿੱਤੀ ਜਾਂਦੀ ਹੈ ਔਰ ਇਹਦੇ ਵਿੱਚ ਕੋਈ ਇੰਟਰਵਿਊ ਜਾਂ ਇਸ ਤਰ੍ਹਾਂ ਦੀ ਕੋਈ ਡਾਕੂਮੈਂਟੇਸ਼ਨ ਵੀ ਸਰਕਾਰ ਵੱਲੋਂ ਨਹੀਂ ਮੰਗੀ ਜਾਂਦੀ। ਸੋ ਨਾਓ ਜਿਹੜਾ ਦੂਸਰਾ ਪਾਰਟ ਹੈ ਉਹ ਹੈਗਾ ਵੀ ਜਦੋਂ ਕੈਨੇਡਾ ਦੇ ਵਿੱਚ ਕੋਈ ਦਾਖਲ ਵੀ ਹੋ ਜਾਂਦਾ ਇਸ ਕੰਟਰੈਕਟ ਮੈਰਿਜ ਨਾਲ, ਉਹਨੂੰ ਵੀ ਕੈਨੇਡਾ ਤੋਂ ਕੱਢਿਆ ਜਾ ਸਕਦਾ ਹੈ। ਨਾਓ ਡੈਪੂਟੇਸ਼ਨ ਜਿਹੜਾ ਵਰਡ ਹੈ ਉਹ ਇੱਕ ਪਾਰਟ ਆਫ ਦ ਰਿਮੂਵਲ ਪ੍ਰੋਸੈਸ ਹੈ। ਸਹੀ ਉਹਦਾ ਵਰਡ ਹੋਣਾ ਚਾਹੀਦਾ ਰਿਮੂਵਲ ਆਰਡਰ। ਸੋ ਜੇ ਕਿਸੇ ਵਿਅਕਤੀ ਨੂੰ ਰਿਮੂਵਲ ਆਰਡਰ ਦੇਣਾ ਉਹ ਸਿਰਫ ਸਰਕਾਰ ਹੀ ਰਿਮੂਵਲ ਆਰਡਰ ਦੇ ਸਕਦੀ ਹੈ। ਨਾਓ ਤੁਹਾਡੀ ਕੰਪਲੇਂਟ ਦੇ ਉੱਤੇ ਸਰਕਾਰ ਬਿਲਕੁਲ ਗੌਰ ਕਰਦੀ ਹੈ। ਰਿਮੂਵਲ ਆਰਡਰ ਇਸ ਬਿਨਾਂ ਤੇ ਨਹੀਂ ਦਿੱਤਾ ਜਾ ਸਕਦਾ ਵੀ ਕਿਸੇ ਵਿਅਕਤੀ ਨੇ ਤੁਹਾਨੂੰ ਟਾਈਮਲੀ ਮੈਨਰ ਤੇ ਸਪਾਂਸਰਸ਼ਿਪ ਨਹੀਂ ਦਿੱਤੀ, ਜਾਂ ਕੋਈ ਵਿਅਕਤੀ ਦੇ ਖਿਲਾਫ ਕੋਈ ਕੇਸ ਦਾਇਰ ਹੋ ਜਾਂਦਾ ਹੈ ਇਸ ਕਰਕੇ, ਜਿਵੇਂ ਕੋਈ ਰੀਸੈਂਟ ਕੇਸ ਹੈ ਜਿੱਥੇ ਕੋਈ ਬੱਚੇ ਨੇ ਸੁਸਾਈਡ ਕਰ ਲਿਆ। ਸੋ ਇੰਬੈਟਮੈਂਟ ਆਫ ਜਿਵੇਂ ਸੁਸਾਈਡ ਹੈ ਜਾਂ ਤੁਸੀਂ ਕਿਸੇ ਨੂੰ ਉਕਸਾਇਆ ਸੁਸਾਈਡ ਕਰਨ ਦੇ ਲਈ, ਜੇ ਤੁਹਾਡੇ ਖਿਲਾਫ ਜਿਵੇਂ ਦਫਾ 306 ਦੇ ਵਿੱਚ ਉਹਨਾਂ ਦੇ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇ ਉਹ ਪਰਚਾ ਦਰਜ ਹੋ ਜਾਂਦਾ ਯੈਸ, ਔਰ ਉਸ ਤੋਂ ਬਾਅਦ ਕੋਰਟ ਦੇ ਵਿੱਚ ਉਹ ਸਾਬਤ ਹੋ ਜਾਂਦਾ। ਦੋ ਚੀਜ਼ਾਂ ਪੂਰੀਆਂ ਕਰਨੀਆਂ ਜ਼ਰੂਰੀ ਨੇ। ਔਰ ਉਸ ਤੋਂ ਬਾਅਦ ਤੀਜੀ ਚੀਜ਼ ਸਰਕਾਰ ਨੇ ਦੇਖਣੀ ਹੈ ਵੀ ਜਿਸ ਕੰਟਰੀ ਦੇ ਵਿੱਚ ਇਹ ਸਜ਼ਾ ਹੋਈ ਹੈ ਕੀ ਉਹਨਾਂ ਦੇ ਪ੍ਰਿੰਸੀਪਲਸ ਕੈਨੇਡਾ ਦੇ ਜਿਹੜੇ ਲੀਗਲ ਸਿਸਟਮ ਹੈ ਉਹਨੂੰ ਮੀਟ ਕਰਦੇ ਨੇ, ਤੇ ਉਸ ਤੋਂ ਬਾਅਦ ਕੀ ਉਹਨਾਂ ਦੇ ਜਿਹੜੇ ਆਊਟਕਮ ਨੇ ਜਿਸ ਦਫਾ ਦੇ ਨਾਲ ਉਹਨੂੰ ਰਿਫਿਊਜ਼ ਕੀਤਾ ਗਿਆ ਕੀ ਉਹ ਕੰਪੈਰੇਬਲ ਨੇ ਕੈਨੇਡਾ ਦਾ ਜਿਹੜਾ ਕ੍ਰਿਮੀਨਲ ਕੋਡ ਜਿਹੜਾ ਹੈਗਾ ਉਹਦੇ ਨਾਲ। ਯੈਸ, ਜੇ ਉਹ ਹੁੰਦੇ ਨੇ ਕੰਪੈਰੇਬਲ, ਇੰਡੀਆ ਯੈਸ ਹੁੰਦਾ ਹੈਗਾ ਹੀ, ਤਾਂ ਬਿਲਕੁਲ ਜਿਹੜੀ ਹੈ ਫੇਰ ਇੰਪੈਕਟ ਆ ਸਕਦਾ, ਫਿਰ ਇਹਨਾਂ ਨੂੰ ਰਿਮੂਵਲ ਆਰਡਰ ਦਿੱਤਾ ਜਾ ਸਕਦਾ। ਅਦਰ ਦੈਨ ਦੈਟ ਡਿਲੇ ਕਰਨਾ ਜਾਂ ਐਪਲੀਕੇਸ਼ਨ ਨਾ ਕਰਨਾ ਉਹ ਬਿਲਕੁਲ ਕੋਈ ਵਜ੍ਹਾ ਨਹੀਂ ਹੈ, ਬਲਕਿ ਉਹ ਸਰਕਾਰ ਦੇ ਵਿੱਚ ਜੇ ਚੀਜ਼ ਪਤਾ ਲੱਗਦੀ ਹੈ ਵਜ੍ਹਾ ਬਣਦੀ ਹੈ, ਉਹ ਬਣਦੀ ਹੈ ਜੇ ਤੁਸੀਂ ਪਾਰਟੀਸਿਪੇਟ ਕਰ ਰਹੇ ਹੋ, ਇੱਕ ਪਾਰਟੀਸਿਪੇਟਿੰਗ ਪਾਰਟੀ ਹੋ ਮੈਰਿਜ ਆਫ ਕਨਵੀਨੀਅੰਸ ਦੇ ਵਿੱਚ, ਫਿਰ ਬਿਲਕੁਲ ਇੱਕ ਸੀਰੀਅਸ ਜੁਰਮ ਹੈ। ਜਾਂ ਤੁਸੀਂ ਜਦੋਂ ਡਾਕੂਮੈਂਟੇਸ਼ਨ ਅਪਲਾਈ ਕੀਤੀ ਸੀ ਕੈਨੇਡਾ ਆਉਣ ਦੇ ਲਈ ਤੁਸੀਂ ਕੋਈ ਇਨਫੋਰਮੇਸ਼ਨ ਕੰਸੀਲ ਕੀਤੀ ਜਾਂ ਮਿਸਰਿਪਰੈਜ਼ੈਂਟ ਕੀਤੀ, ਯੈਸ ਉਹਦੇ ਕੌਨਸੀਕੁਐਂਸਿਸ ਸੀਰੀਅਸ ਹੋ ਸਕਦੇ ਨੇ। ਅਦਰ ਦੈਨ ਦੈਟ ਜੇ ਇੰਡੀਵਿਜੂਅਲ ਦਾ ਕੋਈ ਇਹੋ ਜਿਹਾ ਨਹੀਂ ਹੈਗਾ ਇਸ਼ੂ ਹੈਗਾ ਤਾਂ ਬਿਲਕੁਲ ਉਹਨਾਂ ਨੂੰ ਡਿਪੋਰਟ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਧੰਨਵਾਦ ਜੀ ਜਾਣਕਾਰੀ ਦੇਣ ਲਈ। ਫਿਰ ਕਿਸੇ ਦਿਨ ਗੱਲਬਾਤ ਹੋਏਗੀ। ਥੈਂਕ ਯੂ ਬਾਈ ਜੀ। CWC ਤੋਂ ਅਮਨ ਖੈਰਾ ਗੱਲਬਾਤ ਕਰ ਰਹੇ ਸੀ। ਹੁਣ ਤੁਸੀਂ ਸੁਣ ਲਿਆ ਕਿ ਡਿਪੋਰਟ ਕਿਸ ਤਰ੍ਹਾਂ ਡਿਪੋਰਟ ਹੋ ਸਕਦਾ ਹੈ। ਹੁਣ ਆਪਾਂ ਗੱਲਬਾਤ ਕਰਨੀ ਆ ਜੰਗਲੀ ਅੱਗਾਂ ਦੇ ਬਾਰੇ। ਪਿਛਲੇ ਦਿਨੀ ਲੇਟਨ ਦੇ ਵਿੱਚ ਬਹੁਤ ਕੰਮ ਕੀਤਾ ਕਮਿਊਨਿਟੀ ਨੇ, ਤੇ ਲੇਟਨ ਦੀ ਜੰਗਲੀ ਅੱਗ ਦੇ ਵਿੱਚ ਜਦ ਅਸੀਂ ਸਿੱਧੇ ਤਰੀਕੇ ਨਾਲ ਇਨਵੋਲਵ ਹੋਏ ਤਾਂ ਬਹੁਤ ਕੁਝ ਉਹਦੇ ਵਿੱਚ ਸਿੱਖਿਆ।
ਮੁੰਡੇ ਮਨਵੀਰ ਗਰੇਵਾਲ ਉਹਨਾਂ ਨੇ ਆਰਗੇਨਾਈਜ਼ ਜਿਹੜਾ ਕੀਤਾ ਇਸ ਨੂੰ, ਤੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਉਹਦੇ ਵਿੱਚ 1 to 1 ਜਦ ਇਨਵੋਲਵ ਹੋਏ ਤਾਂ ਜੰਗਲੀ ਅੱਗ ਉਜਾੜਾ ਕਿਵੇਂ ਕਰਦੀ ਹੈ ਉਸ ਨੂੰ ਨੇੜਿਓਂ ਵੇਖਿਆ। ਅੱਜ ਮੇਰੇ ਨਾਲ BC ਵਾਈਲਡ ਫਾਇਰ ਸਰਵਿਸਿਜ਼ ਤੋਂ ਉਹਨਾਂ ਦੇ ਫਾਇਰ ਇਨਫੋਰਮੇਸ਼ਨ ਆਫੀਸਰ ਨੇ ਕਾਰਲੇ ਡੈਰੋਜ਼ੀਅਸ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਵਾਈਲਡ ਫਾਇਰ ਕਿਵੇਂ ਆ, ਕੀ ਹੁੰਦੀ ਹੈ, ਸਟਾਰਟ ਕਿਵੇਂ ਹੁੰਦੀ ਆ, ਪ੍ਰੀਵੈਂਸ਼ਨ ਕੀ ਹੈ, ਇਹਦੇ ਕਾਰਨ ਕੀ ਨੇ, ਜੰਗਲੀ ਅੱਗ ਜਿਹੜੀ ਸਟਾਰਟ ਕਿਵੇਂ ਹੁੰਦੀ ਹੈ, ਜੇ ਐਨਕਾਊਂਟਰ ਕਰਨਾ ਹੈ ਜੰਗਲੀ ਅੱਗ ਨੂੰ ਉਹ ਕਿਵੇਂ ਹੋਏਗਾ। ਹਾਈ ਕਾਰਲਾ, ਗੁੱਡ ਮਾਰਨਿੰਗ। Hi there. Good morning. Thank you. Spare some time for us. And Certainly. I was just talking in my language with my listeners regarding this wildfire. So, if we start with it, how it starts is naturally caused or human negligence? Currently, the investigation, it is still under investigation. The RCMP is leading that investigation. Mm-hmm. It could be one of many potential causes of wildfires, which there are many. In this case, there is the wildfire currently active outside of Lytton. And this fire, it jumped the river and moved its way up into the landscape. And that's kind of what we call a wildfire is a fire in any fuel or landscape environment that is not a structural fire. So this could be a forest, a field of grass, any combustible fuel in the landscape. Yeah, we were as a community involved in Lytton wildfire. In 20 minutes, it's gulped all the town and gone. So that's how it rapidly comes to the dwelling, and it can reach in minutes anywhere. Yeah, a wildfire can move very, very quickly, and there are many factors that play into why fire spread and the rate of spread. So anything from the type of fuel, the dryness of the fuel. So this year we've seen across the province considerable drought conditions, all the way from Vancouver Island to the southeast corner of the province and northwards towards the Prince George fire zone. And in addition, there are other factors such as wind and often heavy winds in the Fraser Canyon. And so there are a multitude of factors that can lead to the rate of spread that we saw, or that we've seen in the Lytton Creek fire as well. Even yesterday, based on the latest updates we had, is that the fire growth and activity continues to be heavily influenced by strong afternoon winds. So, if say we were in Lytton and we just saw uphill that there's a bit fire, not big fire. So on that time, what we should do as a resident, encounter or just to wrap up your stuff and move, and because there were on that time there might be no even announcement to just evacuate the area. So while we are encountering wildfire and it's rapidly coming to you, what should we do on that time? Yeah, so certainly, I mean, there are around 300 wildfires burning across the province, and many of those have evacuation orders and alerts. However, as you mentioned, that these fires can start very quickly, Yes. and so just being aware before a fire even starts, making sure you know where to get the most up-to-date information, whether that be the regional district or local municipality, who would be the source of information about evacuation orders and alerts. We have Emergency Management BC and Prepared BC that provides a list of items and steps to take before a wildfire should start. So whether that be packing a go bag or creating an emergency evacuation plan with your family, establish that the communication plan. How are you going to communicate within your household and your loved ones elsewhere in the event of a fire, making sure that you have everything that you need to be able to sustain for a couple of days
having like toiletries and those types of things, but also important valuables that could potentially not be replaced. So having all that prepared can certainly help in the event that a wildfire starts in the area. In Surrey, in Delta, it is city of parks, and there's a neighborhood in the vicinity. We have park, and even those trees are not much drier, but still we are back up to those parks, and where the grass is there. As that type of neighborhood, what should we should be ready with? Any prevention, or just as you said, pack to go, or anything, the water hose, or anything we can do just in case it starts? Yeah, so there are definitely some things that you can do to prepare your home, and depending on the size of your property. So we do suggest employing FireSmart principles, and more information can be found online about FireSmart. But that includes things directly around your house. The first 0 to 1.5 to 2 meters is making sure that anything combustible is removed, including in your gutters and things areas where combustible materials such as leaves and trees and stuff like that can ignite. So whether that be under a deck or on top of a deck, under like in the gutters, on the roof, making sure that there is no combustible materials directly around the house. And so if there are dry woods and shrubs and trees, to avoid planting them or having them, especially dry materials, in the first 0 to 1.5 meters. Yes. Beyond that, in the next layer, making sure that there are low density and fire resistant plants, having woody debris, including mulch. Avoid having that type of material in up to 10 meters from your home. Making sure you're not storing firewood and things like that directly around your house. And then if your property expands beyond that, making sure that trees are pruned to a height of 2 meters from the ground. Consider reaching out for support, getting a FireSmart assessment, and having a professional come in and evaluate your property to determine whether or not it is fire-smarted and it is prepared in the event of a wildfire. But certainly, the key is to keep combustible materials away from the house as much as possible. So, with the wildfire, when our property is gone, all household is gone, other than our insurance policies, is there anything from government of BC is helping with to reconstruct that neighborhood? And is there any help for this natural disasters? Unfortunately, I'm not aware specifically of the funding and what's available in terms of insurance. Okay. I believe that varies based on region and government in that area. Okay. And normally it impacts us in a way, even we are not directly involved with this wildfire in where we are now. So how does it impact all British Columbians in another way? So if they have fire in Lytton, as a British Columbian, how he got impacted with the climate or any you have some statistics, so where the money has gone in past decade or last year. So just in just giving us a bit of information, so we should be, as a human being, we should be responsible where we are, not to start anything, not to do any negligence or mistake which turns to the wildfire. So if we are even far, how does it impact?
Yeah, I mean, certainly wildfire does impact people beyond just the immediate community in many different ways. As you mentioned, economic. It is a very traumatic experience Yes. to experience things like that, and the risk of wildfire, whether that be an evacuation order or evacuation alert. So certainly very distressing for folks. In terms of the impacts, I mean, the cost of firefighting is very substantial, especially in a year like this year where we're seeing record, like compared to previous years, the amount of area burned is significantly higher than what we would expect to see at this time of year. Yes. Generally, we'd be around 75,000 hectares, and we're almost at 300,000. So certainly suppression efforts is a big one. The cost of suppression efforts. Also, when there are road closures and things like that, that also impacts other folks and people that potentially have properties, like vacation properties or lake properties that may not be aware of the situation in that area. As we saw when the fire near Lytton jumped the highway recently. Yes. And the railroad tracks, and then there was that closure. So there is a domino effect when it comes to wildfires, and I think that we will continue to see the repercussions and the results and the impact of what's happening this season for quite a while. As a citizen, as a British Columbian, can you elaborate a little bit more for the prevention, what we should do for the prevention? Yeah, for prevention. So there are certainly several things. It's important to recognize that human-caused fires are preventable, and, Yes. and that they do deter resources that we would allocate to fires that are not preventable, such as lightning-caused fires and these Yes. types of things. So when out in the backcountry, if people are using ATVs and quads and things like that, making sure there's a spark arrestor, avoiding areas where active wildfires are located as to not interfere with suppression efforts, making sure that if you're boating on lakes where there's wildfires in the area, to avoid interfering with suppression efforts. And when we have interference such as boats and drones, and if that impacts firefighting efforts, then we can see greater fire activity, those types of things. And then in terms of preventing fires, when pulling over on the highway, making sure that the heat from the exhaust and your vehicle isn't too close to ignitable fuels on the side of the road. We saw an increase in the amount of wildfires caused by hot exhaust, lighting fuels on the side of the highway, and then expanding into the landscape. Additionally, of course, campfire use, always important. However, currently there is a campfire prohibition in place, and that will be in place for the summer. And it's really important to follow those bans and prohibitions, because things are just so dry this year. The risk is incredibly high. And then beyond that, just the things that we would normally, if there's smoking materials, cigarettes, those types of things, discarding them in a way that is safe and not at risk for, especially when in areas where there are ignitable fuels. Carly, anything which I didn't ask you want to add it? I think just the most important thing is if you see any smoke or anything that looks like that you believe could be a wildfire, to call that in, and please report that to 1-800-663-5555 or *5555 on your cell phone. We also have a BC Wildfire Service mobile app, and on there you can see the location and the status, the size, those types of things of fires across the province. And also taking care of yourself. If it is smoky out, make sure that you're monitoring your symptoms, staying well hydrated, and avoiding being outside if possible when air quality is poor.
more information about smoke and air quality is available from Environment Canada, but also just to seek medical attention or connect with the local health authority if there are any concerns related to the smoke. Thank you so much, Carla, for your time, and looking forward again talking to you some other day, and thank you again. Excellent. Thank you so much. Thank you. Okay, bye. Bye-bye. ਕਾਰਲੇ ਡਰੋਜ਼ੀਏਜ਼ ਗੱਲਬਾਤ ਕਰ ਰਹੇ ਸੀ BC ਵਾਈਲਡਫਾਇਰ ਸਰਵਿਸ ਤੋਂ। ਕਹਿਣਾ ਤਾਂ ਉਹਨਾਂ ਦਾ ਇਹੀ ਸੀ, ਜੇ ਥੋੜ੍ਹਾ ਬਹੁਤਾ ਪੰਜਾਬੀ 'ਚ ਜਿੰਨੀ ਕੁ ਗੱਲ ਮੈਂ ਤੁਹਾਨੂੰ ਦੱਸ ਸਕਾਂ, ਉਹ ਤਰਜਮਾ ਇਹੀ ਹੈ ਕਿ ਜੰਗਲੀ ਅੱਗਾਂ ਦੂਰ ਨੇ ਚਾਹੇ ਨੇੜੇ ਨੇ, ਸਾਨੂੰ ਇੰਪੈਕਟ ਕਰਦੀਆਂ ਨੇ। ਪਿਛਲੇ ਸਾਲ ਆਹ ਦਿਨਾਂ 'ਚ 75,000 ਹੈਕਟੇਅਰ ਮਤਲਬ 1.5 ਲੱਖ ਕਿੱਲਾ ਸੜ ਰਿਹਾ ਸੀ। ਇਸ ਵਾਰ 3 ਜਿਹੜਾ ਲੱਖ ਤੱਕ ਆਲਰੇਡੀ ਇਹ ਚਲੇ ਗਿਆ। ਸੋ 6 ਲੱਖ ਦੇ ਕਰੀਬ ਏਕੜ ਜੰਗਲੀ ਅੱਗਾਂ ਨਾਲ ਤਬਾਹ ਹੋ ਰਿਹਾ। ਸਾਡੀ ਲੰਬਰ ਜਿਹੜੀ ਤਾਂ ਹੀ ਕਈ ਵਾਰ ਮਹਿੰਗੀ ਹੁੰਦੀ ਹੈ। ਟਿੰਬਰ ਇੰਡਸਟਰੀ ਹੈ ਜਿਹੜੀ, ਇਹ ਜੰਗਲੀ ਅੱਗਾਂ ਨਾਲ ਸਾਡੇ ਲੱਕੜ ਖਰਾਬ ਹੋ ਰਹੀ ਹੈ। ਐਨਵਾਇਰਨਮੈਂਟ ਦਾ ਬੁਰਾ ਹਾਲ ਹੈ। ਬੁਝਾਉਣ ਲਈ ਉਹਦੇ 'ਤੇ ਬਹੁਤ ਖਰਚਾ ਲੱਗਦਾ ਹੈ। ਜਹਾਜ਼ ਘੰਟਿਆਂ ਦੇ ਹਿਸਾਬ ਨਾਲ ਪ੍ਰਾਈਵੇਟ ਕੰਪਨੀਆਂ ਦੇ ਪਤਾ ਹੀ ਨਹੀਂ ਕੀ ਕੁਛ ਲੈਂਦੇ ਆ। ਉਹ ਪਤਾ ਲੱਗੇਗਾ ਜਦ ਉਹ ਦੱਸਦੇ ਆ ਪਿਛਲੇ ਸਾਲ ਦਾ ਵੀ ਇੰਨਾ ਖਰਚਾ ਹੋ ਗਿਆ। ਸੋ ਇਹ ਖਿਆਲ ਇਹੀ ਰੱਖਣ ਦੀ ਲੋੜ ਹੈ। ਮੈਂ ਤਾਂ ਉਹਨੂੰ ਕਿਹਾ ਸੀ ਡੈਲਟਾ ਸਰੀ ਦੇ ਵਿੱਚ ਪਾਰਕ ਬਹੁਤ ਨੇ, ਪਾਰਕਾਂ ਦੇ ਪਿਛਲੇ ਪਾਸੇ ਘਰ ਨੇ ਸਾਡੇ। ਘਰਾਂ ਦੀਆਂ ਖਿੜਕੀਆਂ ਕਈ ਵਾਰ ਪਾਰਕਾਂ ਦੇ ਵਿੱਚ ਖੁੱਲ੍ਹਦੀਆਂ ਨੇ। ਅਸੀਂ ਆਪਣੇ ਜਿਹੜੀ ਹੈ ਫੈਂਸ ਲਾਈ ਹੁੰਦੀ ਹੈ, ਉਹਦੇ ਨਾਲ ਫੈਂਸ ਦੇ ਨਾਲ ਕੁਝ ਵੀ ਅਜਿਹਾ ਨਾ ਰੱਖਿਆ ਜਾਵੇ ਜਿਹਨੂੰ ਅੱਗ ਪਵੇ। ਘਾਹ ਤਾਂ ਕੱਟ ਕੇ ਹੀ ਰੱਖਦੇ ਹਾਂ, ਉੱਥੇ ਖਾਦ, ਮਲਚ, ਘਾਹ ਫੂਸ ਅਤੇ ਖਾਸ ਜਿਹੜੀ ਉਹਨੇ ਕਹੀ ਵੀ ਡੈਕ 'ਤੇ ਤੁਹਾਡੇ ਗਟਰ ਨੇ ਜਿਹੜੇ, ਉਹਨਾਂ ਦੇ ਵਿੱਚ ਜਿਹੜੇ ਨੇ ਘਾਹ ਪੱਤੇ ਇਹੋ ਜਿਹਾ ਕੁਛ ਨਾ ਹੋਵੇ ਜਿਹਨੂੰ ਅੱਗ, ਕਿਉਂਕਿ ਜਦ ਉਹ ਪੈਂਦੀ ਹੈ ਫਿਰ 20 ਮਿੰਟ ਦੇ ਵਿੱਚ ਲਿਟਨ ਉਹਨੇ ਫੂਕਤਾ ਸਾਰਾ। 20 ਮਿੰਟ 'ਚ ਲਿਟਨ ਦੇ ਵਿੱਚ ਆ ਗਈ, ਮਤਲਬ ਦਿਖਦੀ ਸੀ ਪਹਾੜੀ 'ਤੇ ਉਹ। ਅਤੇ ਖਿਆਲ ਰੱਖਣ ਦੀ ਲੋੜ ਆ। ਆਲੇ ਦੁਆਲੇ ਬੰਦਿਆਂ ਦੀ ਗਲਤੀ ਨਾਲ ਸਿਗਰਟ ਪੀ ਕੇ ਭਗਾ ਕੇ ਮਾਰੀ, ਅੱਗ ਲੱਗ ਗਈ ਥੱਲੇ ਘਾਹ ਨੂੰ। ਅਤੇ ਜ਼ਿਆਦਾਤਰ ਹੁਣ ਇਹ ਅਸਮਾਨੀ ਬਿਜਲੀ ਨਾਲ ਅੱਗਾਂ ਲੱਗ ਰਹੀਆਂ ਨੇ, ਜਿਹਦੇ 'ਚ ਆਪਣਾ ਕੰਟਰੋਲ ਹੈ ਨਹੀਂ ਕੋਈ। ਪਰ ਫਿਰ ਵੀ ਕਿਉਂਕਿ ਮਿਨਿਸਟਰੀ ਗਵਰਨਮੈਂਟ ਇਨੀਸ਼ੀਏਟਿਵ ਲੈਂਦੀ ਆ, ਉਹ ਸੁਨੇਹਾ ਦੇਣਾ ਚਾਹੁੰਦੀ ਆ, ਰੇਡੀਓ ਸਟੇਸ਼ਨਾਂ 'ਤੇ ਆ ਕੇ ਗੱਲ ਕਰਨੀ ਪੈਂਦੀ ਹੈ। ਬਾਈ ਮਨਜੀਤ ਸਿੰਘ ਥਿੰਦ ਸਿਆਟਲ ਵਾਲੇ ਕਹਿੰਦੇ ਸਵਾਦ ਇਹ ਗਾਲਿਆ ਜਾਂਦਾ ਪ੍ਰੋਗਰਾਮ ਦਾ ਇੰਟਰਵਿਊਆਂ ਨਾਲ। ਪਰ ਹੁਣ ਕਰੀਏ ਕੀ, ਕਰਨਾ ਪੈਣਾ। ਮੈਂ ਵੀ ਚਾਹੁੰਦਾ ਵੀ ਤੁਹਾਡੇ ਨਾਲ ਗੱਲਾਂ ਹੋਈ ਜਾਣ, ਪੰਜਾਬੀ 'ਚ ਹੋਣ, ਜੇ ਜਿਹੜੀ ਕੋਈ ਇਸ ਜਿਹੀ ਇੰਟਰਵਿਊ ਪੰਜਾਬੀ 'ਚ ਹੋਵੇ ਤੁਹਾਨੂੰ ਸਮਝ ਵੀ ਲੱਗੇ ਆਪਣਾ। ਪਰ ਨਾਲ ਜ਼ਮਾਨੇ ਦੇ ਆਪਾਂ ਨੂੰ ਚੱਲਣਾ ਪੈਂਦਾ। ਕਰਦੇ ਹਾਂ ਗੱਲਾਂ ਸ਼ੁਰੂ, ਹੁਣੇ ਮੁੜ ਕੇ ਆਇਆ। ਸਮੀਰ ਕੌਸ਼ਲ ਜੀ ਇੱਕ ਬ੍ਰੇਕਿੰਗ ਨਿਊਜ਼ ਨਾਲ ਆਏ ਨੇ। ਕੌਸ਼ਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਗਿੱਲ ਸਾਹਿਬ, ਜਿੱਥੇ ਸ਼ਨੀਵਾਰ ਨੂੰ ਸਰੀ ਦੇ ਵਿੱਚ ਗੋਲੀਆਂ ਚੱਲੀਆਂ ਸ਼ਰੇਆਮ 60 ਐਵਨਿਊ ਤੇ 128 ਸਟਰੀਟ ਤੇ, ਉੱਥੇ ਹੁਣੇ ਸਰੀ RCMP ਨੇ ਕਨਫਰਮ ਕੀਤਾ ਕਿ ਅੱਜ ਤੜਕੇ ਵੀ ਗੋਲੀਆਂ ਚੱਲੀਆਂ ਸਰੀ ਦੇ ਵਿੱਚ, ਔਰ ਵਾਲੀ ਏਰੀਆ ਦੇ ਵਿੱਚ ਇੱਕ ਪੱਬ ਦੇ ਬਾਹਰ ਇਹ ਗੋਲੀਆਂ ਚੱਲੀਆਂ, ਜਿਹਦੇ ਕਰਕੇ ਇੱਕ ਵਿਅਕਤੀ ਜ਼ਖਮੀ ਹੋਇਆ। ਅੱਜ ਸਵੇਰੇ 1:15 ਵਜੇ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਪਟੋਲੋ ਬ੍ਰਿਜ ਦੇ ਹੇਠਾਂ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਮਿਲਿਆ, ਔਰ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਪਤਾ ਲੱਗਾ ਕਿ ਉਹਦੇ ਗੋਲੀਆਂ ਲੱਗੀਆਂ ਸੀ। ਇਹ ਗੋਲੀਆਂ 올ਡ ਯੇਲ ਰੋਡ ਤੇ 11900 ਬਲਾਕ ਤੇ ਸਥਿਤ ਬਰਾਊਨਸਵਿਲ ਪੱਬ ਹੈ, ਉਹਦੇ ਬਾਹਰ ਮਾਰੀਆਂ ਗਈਆਂ। ਪਰ ਪੁਲਿਸ ਨੂੰ ਅਜੇ ਜਾਣਕਾਰੀ ਨਹੀਂ ਹੈ ਕਿ ਇਹ ਕਿਹਨੇ ਮਾਰੀਆਂ, ਪਰ ਹਮਲਾ ਮਿੱਥ ਕੇ ਕੀਤਾ ਗਿਆ ਤੇ ਪੁਲਿਸ ਵਿਅਕਤੀ ਨੂੰ ਪਹਿਲਾਂ ਤੋਂ ਜਾਣਦੀ ਸੀ। ਇਹ ਅਜੇ ਤੱਕ ਦੀ ਜਾਣਕਾਰੀ ਹੈ ਜੀ। ਧੰਨਵਾਦ ਜੀ। ਧੰਨਵਾਦ ਜੀ। ਇਹ ਸਮੀਰ ਕੌਸ਼ਲ ਜੀ ਤੇ ਬ੍ਰੇਕਿੰਗ ਨਿਊਜ਼ ਦੇਖ ਗਏ ਨੇ। ਨਾਲ ਹੀ 2-3 ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਇੱਕ ਤਾਂ ਬੜੀ ਕਿਉਰਿਓਸਿਟੀ ਹੈ ਤੁਹਾਨੂੰ ਸਿੱਧੂ ਵਾਲੀ। ਸਿੱਧੂ ਦੀਆਂ ਗੱਲਾਂ ਤੁਸੀਂ ਸੁਣ ਕੇ ਹਟੇ ਹੋ। ਸਿੱਧੂ ਦੀਆਂ ਗੱਲਾਂ ਸਾਰੇ ਚੱਲ ਰਹੀਆਂ ਨੇ ਸਵੇਰ ਦੀਆਂ। ਜੇ ਇਸ ਨੂੰ ਰੈਪ ਅਪ ਜਿਹਾ ਕਰਨਾ ਹੋਵੇ, ਜਿੰਨੀ ਕੁ ਮੈਂ ਪਤਾ ਕੀਤਾ 2 ਦਿਨਾਂ 'ਚ, ਪਹਿਲੀ ਤਾਂ ਗੱਲ ਕੱਲ੍ਹ ਸਵੇਰੇ 11 ਵਜੇ, ਪੌਣੇ 10 ਵਜੇ ਉੱਥੇ 10:30 ਵਜੇ ਹੋਏ ਸੀ ਰਾਤ ਦੇ। ਮਤਲਬ ਸਭ ਤੋਂ ਪਹਿਲਾਂ ਪ੍ਰੋ ਪੰਜਾਬ 'ਤੇ ਇਸ ਦੀ ਗੱਲ ਚੱਲੀ। ਪ੍ਰੋ ਪੰਜਾਬ ਨੇ
ਖਾਸਾ ਹੱਕ ਦੇ ਵਿੱਚ ਹੈ ਨਵਜੋਤ ਸਿੱਧੂ ਉਹਨਾਂ ਦੇ। ਯਾਦਵਿੰਦਰ ਕਰਫਿਊ ਦਾ ਇਹ ਜਿਹੜਾ ਉਹਨੇ ਚੈਨਲ ਬਣਾਇਆ, ਅਤੇ ਜੀਵੇ ਪੰਜਾਬ ਅਤੇ ਪ੍ਰੋ ਪੰਜਾਬ ਇਹੀ ਨਾਅਰਾ ਜਿਹੜਾ ਆਪਣੇ ਦਾ ਸਿੱਧੂ ਦਾ। ਦੇਖੋ ਹੁਣ ਲਾਈਨਾਂ ਦੇ ਵਿੱਚ ਜਿਹੜੇ ਸ਼ਬਦ ਨੇ ਉਹ ਇਹ ਨੇ ਕਿ ਅਮਰਿੰਦਰ ਹੋਣਾ ਦੀ ਪਾਰੀ ਲੱਗਦਾ ਖਤਮ ਹੋ ਗਈ। ਜ਼ੋਰ ਉਹਨਾਂ ਨੇ ਲਾਇਆ ਬਹੁਤ, ਹਰ ਦਬਸ਼ ਦਿੱਤੀ। ਜਿਹੜੀ ਇਨਸਾਨ ਦੀ ਈਗੋ ਆ ਨਾ, ਜਿਹੜਾ ਸਾੜਾ ਹੈ ਅਤੇ ਜਿਹੜੀ ਹੈਂਕੜ ਹੈ ਗਰਦਨ ਦੇ ਕੀਲੇ ਦੀ, ਇਹ ਰਾਜਨੀਤਿਕ ਨੂੰ ਛੱਡੋ, ਤੁਸੀਂ ਇੱਥੇ ਵੀ ਆਪਣੀ ਜਿਹੜੀ ਈਗੋ ਹੈ, ਜਿਹੜਾ ਸਾਡਾ ਵੀ ਨਹੀਂ, ਬਸ ਜਿਹੜੀ ਮੈਂ ਕਹਿਤੀ, ਬਸ ਮੇਰੀ ਕਹੀ ਉਹ ਫਾਈਨਲ ਹੈ, ਹੋਰ ਨਹੀਂ ਕੋਈ ਹੈ। ਦੋਸਤੀ ਦੇ ਵਿੱਚ, ਰਿਸ਼ਤੇਦਾਰੀ ਦੇ ਵਿੱਚ, ਘਰ ਦੇ ਵਿੱਚ, ਸਮਾਜਿਕ ਤਾਣੇ ਬਾਣੇ 'ਚ ਈਗੋ ਸਾਡੀ ਬਹੁਤ ਸਾਨੂੰ ਬਰਬਾਦ ਕਰਦੀ ਹੈ। ਇਹ ਤਾਂ ਗੱਲ ਕਲੀਅਰ ਹੈ। 5 ਬੰਦੇ ਦੋਸਤ ਬੈਠੇ ਹੋਣਗੇ, ਚਾਹ ਪੀਣ, ਵਧੀਆ, ਸਾਰੇ ਵਧੀਆ ਗੱਲਾਂ ਕਰਨਗੇ, ਉਹ 'ਚੋਂ ਇੱਕ ਮੇਰੇ ਵਰਗਾ ਕਹਿੰਦਾ ਵੀ ਤੁਸੀਂ ਮੇਰੀ ਓ ਸੁਣਨੀ ਹੈ, ਬਸ ਉਹਨੇ ਗੱਲ ਨਹੀਂ ਹੋਣ ਦੇਣੀ, ਉਹਨੇ ਹਰ ਵਿਸ਼ੇ 'ਤੇ ਬੋਲਣਾ। ਉਹਨੇ ਕਹਿਣਾ ਨਾ ਤੁਹਾਨੂੰ ਕੀ ਪਤਾ, ਗੱਲ ਤਾਂ ਸੁਣ ਯਾਰ, ਗੱਲ ਕੱਟਣੀ ਵਿੱਚੋਂ, ਕੱਟਣੀ ਗੱਲ ਐਡੀ ਭੈੜੀ ਲੱਗਦੀ ਹੈ। ਕਿਸੇ ਦੀ ਗੱਲ ਨਾਲੇ ਕਹਿਣਾ ਮਾफ़ ਕਰਨਾ ਤੇਰੀ ਗੱਲ ਕੱਟ ਰਿਹਾ ਮੈਂ, ਫੇਰ ਕਹਿਣਗੇ ਮਾफ़ ਕਰਨਾ ਤੇਰੀ ਗੱਲ ਕੱਟ ਰਿਹਾ ਮੈਂ, ਮਾफ़ ਕਰਨਾ ਤੇਰੀ ਮੈਂ ਗੱਲ ਵਿੱਚੇ ਕੱਟ ਰਿਹਾ। ਮੇਰੀ ਸੁਣ, ਲਿਸਨਰ ਜਿਹੜਾ ਹੋਣਾ ਹੈ ਨਾ, ਸੁਣਨਾ ਹੈ, ਉਹ ਬੜਾ ਗੁਣ ਚਾਹੀਦਾ ਹੈ। ਮਤਲਬ ਇਹ ਹਰ ਇੱਕ 'ਚ ਹੈ ਨਹੀਂ, ਆਪਣੇ ਬਹੁਤ ਘੱਟ ਆ ਆਪਣੇ 'ਚ। ਜਿਹੜਾ ਲਿਸਨਰ ਵਧੀਆ ਹੈ ਉਹ ਜ਼ਿੰਦਗੀ ਦੇ ਵਿੱਚ ਵੀ ਜਿੱਤ ਸਕਦਾ। ਰਾਜੇ ਦੀ ਹੁਣ ਜੇ ਤੁਸੀਂ ਸਾਰਾ ਕੁਝ ਦੇਖੋ, ਇਨਸਾਨ ਮਤਲਬ ਜਦ ਤੱਕ 4 ਬੰਦੇ ਮੋਢਿਆਂ 'ਤੇ ਜਾਂਦਾ ਨਹੀਂ, ਹਟਦਾ ਇਨਸਾਨ। ਜੇ ਦੇਖਿਆ ਜਾਵੇ ਵੀ ਇਹੋ ਜਿਹਾ ਤਾਂ ਕੱਖ ਨਹੀਂ ਕੀਤਾ। ਪਹਿਲੀ ਤਾਂ ਗੱਲ, ਰਾਜਾ ਸ਼ਾਹੀ ਦੇ ਵਿੱਚ ਜਨਮ ਹੋ ਗਿਆ, ਸੋਨੇ ਦੇ ਚਮਚਿਆਂ ਵਾਲੇ ਮਹਿਲ ਦੇ ਵਿੱਚ, ਏਕੜਾਂ ਦੇ ਵਿੱਚ ਮਹਿਲ ਹੈ। ਉਹਦੇ ਬਾਅਦ ਹਰ ਕੁਛ ਜ਼ਿੰਦਗੀ ਦਾ ਲੈ, ਮਤਲਬ ਦੂਨ ਤੋਂ ਲੈ ਕੇ ਤੇ ਪਾਇਲਟ ਜੀਓ, ਮਿਲਟਰੀ 'ਚ ਵੀ ਹੋਏ ਤੇ ਜੇ ਤੇ ਬੋ। 2002 ਤੋਂ ਪਹਿਲਾਂ ਦਾ ਹਾਲ ਹੈ ਜਿਹੜਾ, ਕਿਉਂਕਿ ਅਮੀਰ ਬੰਦਿਆਂ ਦੇ ਅਮੀਰ ਇਹ ਖਰਚੇ ਨੇ। 2002 ਦੀ ਜਦ CM ਬਣਿਆ ਤੇ ਕਿੱਧਰੋਂ ਘੁੰਮੇ। ਪਹਿਲਾਂ ਲੈ ਐਲਾਨਨਾਮਾ ਅੰਮ੍ਰਿਤਸਰ ਦਾ, ਅਤੇ 84 ਜੀ, ਅਤੇ ਅਕਾਲੀਆਂ ਵਾਲੇ ਪਾਸੇ ਬਾਦਲ ਉਹਨਾਂ ਨੇ ਪੈਰ ਨਾ ਲੱਗਣ ਦਿੱਤੇ, ਫਿਰ ਵਾਪਸੀ। 2002 ਦੇ ਵੇਲੇ ਆਰਥਿਕ ਜਿਹੜੀ ਹਾਲਾਤ ਸੀ ਉਹ ਸਭ ਨੂੰ ਪਤਾ ਹੈ, ਲੋਕਾਂ ਨੂੰ ਕੱਲੇ ਨੂੰ ਪਤਾ ਹੈ, ਪਟਿਆਲੇ ਵਾਲਿਆਂ ਨੂੰ ਪਤਾ ਹੈ ਵੀ ਕੀ ਹਾਲ ਸੀ। ਇਹ ਬਹੁਤ ਦਿਖਦੇ ਨੇ, ਬਹੁਤ ਜਾਂਦੇ ਵੀ ਇਸ ਤਰ੍ਹਾਂ ਨੇ। 2002 ਤੋਂ 7 ਦੇ ਵਿੱਚ ਹਰਿਆਵਲ ਆ ਗਈ। 7 ਤੋਂ ਲੈ ਕੇ 17 ਤੱਕ ਬਾਦਲਾਂ ਨੇ ਜਿਹੜਾ ਸੇਵਾ ਕੀਤੀ ਪੰਜਾਬ 'ਚ। ਫਿਰ ਹੁਣ ਇੱਧਰ ਸੇਵਾ ਕੀਤੀ। ਆਹ ਹੁਣ ਉਮਰ ਮੇਰਾ ਖਿਆਲ 77-78 ਹੈ, ਅਤੇ ਪਰ ਹਲੇ ਵੀ ਬਈ ਛੱਡਣਾ ਨਹੀਂ ਹੈ, ਹਲੇ ਵੀ ਛੱਡਣਾ ਨਹੀਂ ਹੈ। ਬਈ ਮਤਲਬ ਕਦ ਛੱਡਣਾ, ਫਿਰ ਕਦ ਛੱਡਣਾ ਚਾਹੁੰਦੇ ਹੋ? 42 ਦਾ ਜਨਮ ਹੈ, 42 ਦਾ ਜਨਮ, ਅਤੇ ਮਤਲਬ ਫਿਰ ਹੁਣ ਗਿਣ ਲਓ ਕਿੰਨੇ ਹੋ ਗਏ, 78 ਹੋ ਗਏ। ਨਹੀਂ ਛੱਡਣਾ। ਆਖਰੀ ਤੱਕ ਮੈਂ ਇਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਮੈਂ ਚਿੱਠੀ ਲਿਖਤੀ, ਇਹ ਪਾਰਟੀ ਟੁੱਟ ਜੂ, ਅਤੇ ਜੇ ਟੁੱਟ ਜੂ ਉਹ ਟੁੱਟ ਜੂ। ਹੁਣ ਸਾਰੇ ਹੀ ਤੁਰ ਗਏ, ਤੁਰੇ ਫਿਰਦੇ ਨੇ। ਜੀਰਾ ਤਾਂ ਸਰਵਾਲੇ ਵਾਂਗੂ ਫਿਰੇ। ਤੁਸੀਂ ਦੇਖਿਆ ਜੀਰਾ ਕਿਵੇਂ ਆਲੇ ਦੁਆਲੇ ਫਿਰਦਾ ਸੀ ਸਿੱਧੂ ਦੇ। ਇੱਕ ਤਾਂ ਊਂ ਜਵਾਨ ਬਹੁਤ ਆ ਮੁੰਡਾ, ਮਤਲਬ ਖਿੰਡਿਆ ਨਹੀਂ ਫਿਰਦਾ ਹੁੰਦਾ ਬੰਦਾ ਜਿਵੇਂ। ਸਾਰੇ ਇੱਕ ਤੋਂ ਦੂਜੇ ਤੱਕ। ਖੰਨੇ ਦਾ ਗੇੜਾ, ਜਲੰਧਰ ਦਾ ਗੇੜਾ, ਹੈਨਰੀ ਹੋਣੀ ਘਰੇ ਬੈਠੇ ਆ, ਅਵਤਾਰ ਹੈਨਰੀ ਹੋਣੀ ਘਰੋਂ ਉਠਾਲ ਲੈ ਜਾ ਕੇ। ਸਿੱਧੂ ਦੀਆਂ ਚੜ੍ਹ ਮੱਚੀਆਂ। ਇਕੱਲੇ ਜੇ ਸਿੱਧੂ ਨੂੰ ਲਾ ਕੇ 4 ਕਾਰਜਕਾਰੀ ਜਿਹੜੇ ਕਹੇ ਸੀ ਕੈਪਟਨ ਅਮਰਿੰਦਰ ਨੇ, ਜੇ ਉਹਨਾਂ ਨੂੰ ਲਾ ਦਿੰਦੇ, ਸਿੱਧੂ ਫੇਰ ਵੀ ਖਤਮ ਸੀ, ਕੁਛ ਨਹੀਂ ਸੀ ਹੋਣ ਦੇਣਾ ਚਾਰਾਂ ਨੇ। 4 ਬੰਦੇ ਵੀ ਉਹ ਲਾਤੇ ਜਿਹੜੇ 4 ਵਿਰੋਧੀ ਸੀ ਕੈਪਟਨ ਦੇ, ਉਹ 5 ਜਣੇ ਹੋ ਗਏ। ਔਰ ਕਾਂਗਰਸ ਪੰਜਾਬ ਨੂੰ ਕਿਸੇ ਹਾਲਤ ਦੇ ਵਿੱਚ ਵੀ ਛੱਡਣਾ ਨਹੀਂ ਚਾਹੁੰਦੀ, ਜਿੱਤਣਾ ਚਾਹੁੰਦੀ ਹੈ। ਦੂਜੀਆਂ ਪਾਰਟੀਆਂ ਥੱਲੜੇ ਲੈਵਲ 'ਤੇ ਫਿਰਦੀਆਂ ਨੇ। ਕਾਂਗਰਸ ਚਾਹੁੰਦੀ ਹੈ ਬਈ ਪਹਿਲਾਂ ਜਿਵੇਂ ਅਮਰਿੰਦਰ ਨੇ ਨਾਅਰਾ ਦਿੱਤਾ ਵੀ ਇਹਨਾਂ ਨੇ 10 ਸਾਲ ਬਹੁਤ ਕੁਛ ਕਰ ਲਿਆ ਬਾਦਲਾਂ ਨੇ, ਮੈਨੂੰ ਸਮਾਂ ਦਿਓ। ਆਹ ਮੇਰੇ ਹੱਥ 'ਚ ਗੁਟਕਾ, ਹੱਥ ਮੈਂ ਦਮਦਮਾ ਸਾਹਿਬ ਵੱਲ ਨੂੰ ਕਰਦਾ, ਨਸ਼ੇ ਖਤਮ ਕਰ ਦਿਆਂਗਾ,
ਇਹਨੇ ਵੀ ਮਹੀਨਾ ਹੀ ਕਿਹਾ ਸੀ ਜਿਵੇਂ ਆਪਣੇ ਇੱਥੇ ਘੰਟੇ 'ਚ ਟਰੱਕਾਂ ਵਾਲਿਆਂ ਦੀਆਂ ਮੁਸ਼ਕਲਾਂ ਖਤਮ ਕਰਨ ਲਈ ਹੈਰੀ ਬੈਂਸ ਉਹਨਾਂ ਨੇ ਕਹਿਤਾ ਸੀ ਜਾਂ ਵਿਰੋਧੀ ਧਿਰ 'ਚ ਸੀ, ਕਹਿੰਦਾ ਘੰਟਾ ਮਿਲੇ ਤੇ ਗੱਲ ਕਿਹੜੀ ਹੈ 1 ਘੰਟੇ 'ਚ। ਉੱਥੇ ਹੀ ਬੈਠਾ ਸੀ ਮੈਂ ਨਾਲ ਹੀ, ਮੈਂ ਕਿਹਾ ਵੀ ਬਹੁਤ ਵੱਡੀ ਗੱਲ ਕਰਤੀ ਇਹ ਤਾਂ, ਤੇ ਅਗਲੇ ਵੀਡੀਓ ਬਣਾਈ ਫਿਰਦੇ ਨੇ ਹੁਣ। ਸੋ ਇਸ ਤਰ੍ਹਾਂ ਹੀ ਇਹਨੇ ਤਾਂ ਬਹੁਤ ਜ਼ਿਆਦਾ ਵੱਡਾ ਕੀਤਾ ਨਾ, ਇਹਨੇ ਤਾਂ ਗੁਰੂ ਨੂੰ ਮਤਲਬ ਬਾਣੀ ਨੂੰ ਹੱਥ 'ਚ ਫੜ ਕੇ ਤੇ ਦਮਦਮਾ ਸਾਹਿਬ ਵਾਲੇ ਜਿੱਥੋਂ ਭਰੋਸਾ ਆਏ ਹੋਏ ਸੀ, ਪੁਰਖੇ ਢਿੱਡਾਂ ਤੇ ਹੱਥ ਮਾਰਦੇ ਤੁਹਾਡੇ 6ਵੇਂ ਪਾਤਸ਼ਾਹ ਦੇ ਦਰ 'ਚ ਖੜੇ, ਉਹ ਕਹਿੰਦਾ ਢਿੱਡ ਖਾਲੀ ਨੇ, ਉਹ ਕਹਿੰਦਾ ਢਿੱਡ ਤੁਹਾਡੇ ਦਰਾਂ ਦੇ ਵਿੱਚੋਂ ਲੋਕ ਬੋਰੀਆਂ ਭਰ ਕੇ ਲੈ ਕੇ ਜਾਇਆ ਕਰਨਗੇ। ਵੱਡਿਆਂ ਬਜ਼ੁਰਗਾਂ ਨੇ ਫੂਲ ਉਹਨਾਂ ਨੇ, ਤਲੋਕੇ ਉਹਨਾਂ ਨੇ ਬਹੁਤ ਕੰਮ ਕੀਤਾ। ਸਾਹਿਬਜ਼ਾਦਿਆਂ ਦੇ ਚਮਕੌਰ ਸਾਹਿਬ ਦੇ ਵਿੱਚ ਜਾ ਕੇ ਸ਼ਹੀਦਾਂ ਦੇ ਸੰਸਕਾਰ ਵੀ ਕੀਤੇ। ਅੱਜ ਕਿੱਥੇ ਖੜੀ ਹੈ ਗੱਲ? ਅੱਜ ਇੰਦਰਾ ਨੂੰ ਜਾ ਕੇ ਮੱਥੇ ਟੇਕਦੇ ਨੇ, ਇੰਦਰਾ ਦੇ ਜਾ ਕੇ ਫੁੱਲ ਚੜ੍ਹਦੇ ਨੇ ਤੇ ਅੱਤਵਾਦੀ ਦਿਖਦੇ ਨੇ, ਤੇ ਉੱਧਰੋਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਵਿੱਚੋਂ ਅੱਤਵਾਦੀ। ਕਾਰਨ ਕੀ? ਬਈ ਹਾਂ ਉੱਥੇ ਮੈਂ ਨਹੀਂ, ਜੇ ਇਹ ਗਿਆ ਆਪਣਾ ਸਿੱਧੂ ਤਾਂ ਅੱਤਵਾਦੀ ਦਿਖਦੇ ਨੇ। ਸੋ 78 ਸਾਲ ਦੀ ਉਮਰ 'ਚ ਪੋਤੇ ਪੜੋਤਿਆਂ ਦੀ ਗੱਲ ਤੇ ਦੋਹਤਿਆਂ ਦੀ ਗੱਲ, ਵੀਰ ਭੱਦਰਾਂ ਨਾਲ ਰਿਸ਼ਤੇਦਾਰੀ, ਜੰਮੂ ਵਾਲੇ ਕਰਨ ਸਿਉਂ ਨਾਲ ਰਿਸ਼ਤੇਦਾਰੀ, ਤੇ ਨਟਵਰ ਸਿਉਂ ਫੁੱਫੜ, ਮਹਿਲ ਇੱਕ ਉੱਥੇ ਮਹਿਲ, 2-3 ਪਹਾੜਾਂ 'ਚ ਮਹਿਲ, ਇੱਕ ਨਵਾਂ ਮਹਿਲ 10-20 ਕਿੱਲੇ 'ਚ, ਸੀਤਾਫਲ ਅਲੱਗ ਹੋ ਰਹੇ ਨੇ, ਚੀਕੂ ਅਲੱਗ ਹੋ ਰਹੇ ਨੇ, ਲਾਹੌਰ ਦਾ ਮੁਰਗ ਮੁਸੱਲਮ ਅਲੱਗ ਹੈ, ਪੰਜਾਬ ਦਾ ਸਾਗ ਅਲੱਗ ਹੈ। ਹਲੇ ਵੀ ਨਹੀਂ ਜਾਣਾ ਸਹਿ। ਹੁਣ ਬੇਆਬਰੂ ਹੋਊ ਗੱਲ, ਜਾਂ ਖਿਲਾਫੀਅਤ ਹੋਊ, ਜਾਂ ਪਾਰਟੀ ਬਦਲੇਂਗੇ, ਜਾਂ ਬਸ ਐਂ ਬੈਠਾਂਗੇ ਫਿਰ 5-4 ਮਹੀਨੇ ਡਿਪਰੈਸ਼ਨ 'ਚ। ਹੁਣ ਕਿੱਥੇ ਸਾਰਾ ਕੁਝ ਇਹ ਮਾਣ 'ਚ ਸੀ ਬਈ ਨਹੀਂ ਕੋਈ ਗੱਲ ਨਹੀਂ, ਤੂੰ ਸਾਡਾ ਪੁੱਤਰ ਹੈ, ਆ ਜਾ ਆਪਾਂ ਰਲ ਕੇ ਕਰਦੇ ਹਾਂ। ਵਿਧਾਤਾ ਦੇ ਹੱਥ 'ਚ ਚੀਜ਼ਾਂ। ਤੇ ਇੱਕ ਮੈਂ ਜਿਹੜਾ ਇਹਦੀ ਵੰਨਗੀ ਦੇਖ ਰਿਹਾ ਸੀ ਅੱਜ ਸਵੇਰੇ, ਮੈਂ ਗੱਲ ਜਾਂ ਪੰਜਾਬ ਕਰਦਾ, ਮੈਂ ਕਿਹਾ ਯਾਰ ਇਹਨਾਂ ਦਾ ਕਾਹਦਾ ਧਿਰਗ ਹੈ? ਆਹ ਸਾਰੇ ਜਿਹੜੇ ਇਹਦੇ ਨਾਲ ਤੁਰੇ ਫਿਰਦੇ, ਸਾਰੇ ਹੀ ਹੁਣ ਉਹਦੇ ਕਾਫਲੇ 'ਚ ਤੁਰੇ ਫਿਰਦੇ ਨੇ, ਸਾਰੇ ਹੀ। ਆਹ ਜਿਹੜਾ ਹੁਣ ਸ਼ਕਤੀ ਪ੍ਰਦਰਸ਼ਨ 2-3 ਦਿਨ ਨੂੰ ਹੋਣਾ ਦਰਬਾਰ ਸਾਹਿਬ ਮੱਥਾ ਟੇਕਣ, ਉਦਣ 40-50 ਹੋਣਗੇ ਨਾਲ ਘੱਟੋ ਘੱਟ ਸਭ। ਰਹਿੰਦੀ ਖੂੰਦੀ ਹੀ ਅਖੀਰ ਦੇ ਵਿੱਚ ਜਿਹੜਾ ਖੱਜਲ ਹੋਇਆ ਉਹ ਬਾਜਵਾ ਹੋਇਆ ਪ੍ਰਤਾਪ ਸਿੰਘ। ਵਿਰੋਧ ਤਾਂ ਕੀਤੀ, ਅਖੀਰਲੇ ਦਿਨ ਪਾ ਕੇ ਚੂੜੀਦਾਰੀ ਪਜਾਮੀ ਬੰਨ੍ਹ ਕੇ ਉਹ ਜਿਹੇ ਨਾਲ ਦੀ ਪੱਗ ਜਾ ਕੇ ਆਰਾਮ ਕੁਰਸੀ ਤੇ ਬੈਠ ਗਏ। ਕੋਈ ਗੱਲ ਤਾਂ ਹੋਵੇ। 1 ਮਹੀਨੇ 'ਚ ਜੇ ਨਸ਼ਿਆਂ ਵਾਲੇ ਮਾਮਲੇ 'ਚ ਬੰਦੇ ਨਾ ਫੜੇ, ਫਿਰ ਮੈਂ ਦੱਸੂੰ ਕੈਪਟਨ ਅਮਰਿੰਦਰ ਨੂੰ ਕਿ ਮੈਂ ਕੀ ਆ। ਮਹੀਨਾ ਤਾਂ ਹੋਣ ਵਾਲਾ ਤੇ ਆਪਾਂ ਉੱਥੇ ਬੈਠੇ ਹਾਂ ਜਾ ਕੇ। ਉਹ ਬੰਦਾ ਮਿੱਤਰ ਪਿਆਰਾ ਸੀ, ਇਲੈਕਸ਼ਨ ਦੇ ਸਮੇਂ 19 'ਚ ਇੱਥੇ ਆਇਆ ਹੋਇਆ ਸੀ, ਉਹ ਮੈਨੂੰ ਹੱਸਦਾ ਸੀ, ਮੈਨੂੰ ਕਹਿੰਦਾ ਇਹ ਕੰਮ ਬਹੁਤ ਔਖਾ ਹੈ, ਹਰ ਇੱਕ ਦੇ ਕਰਨ ਵਾਲੇ, ਤੁਸੀਂ ਇਹ 'ਚ ਨਾ ਪਿਓ, ਇਹ ਬਹੁਤ ਔਖਾ ਕੰਮ ਹੈ। ਮੈਂ ਹੱਸਣ ਲੱਗ ਗਿਆ, ਮੈਂ ਕਿਹਾ ਨਹੀਂ ਹੁਣ ਤਾਂ ਸ਼ੁਰੂ ਕਰ ਲਿਆ ਆਪਾਂ। ਉਹ ਅੱਜ ਫੇਰ ਮੈਨੂੰ ਰਿਮਾਈਂਡ ਕਰ ਗਿਆ, ਦੇਖਿਆ ਆਹ ਕਰੈਕਟਰ ਹੈ ਰਾਜਨੀਤਿਕਾਂ ਦਾ, ਤੇ ਤੁਸੀਂ ਇਹੋ ਜਿਹਾ ਕੁਛ ਨਹੀਂ ਕਰ ਸਕਦੇ। ਇਹ ਹਰ ਇੱਕ ਲਈ ਨਹੀਂ ਹੈ ਰਾਜਨੀਤੀ, ਇਹ ਤਾਂ ਬੇਗੈਰਤੀ ਤੇ ਜੇ ਉਹਦੇ ਬਾਅਦ ਬਿਨਾਂ ਮਤਲਬ ਰੀੜ੍ਹ ਦੀ ਹੱਡੀ ਵਾਲਾ ਕੰਮ ਹੈ। ਬਈ ਜਿੱਧਰ ਨੂੰ ਜਾਣਾ ਹੱਥੇ ਜੋੜਨੇ ਨੇ ਬਸ। ਜਿਹੜੇ ਕਹਿੰਦੇ ਸੀ ਨਾਲ ਬੈਠੇ ਤੇ ਰਾਤ ਨੂੰ ਲੈਂਦੇ ਸੀ ਦਾਵਤਾਂ, ਉਹ ਸਾਰੇ ਭੱਜ ਗਏ ਉੱਥੋਂ, ਸਿਰਸੇ ਵਾਲੇ ਫਾਰਮ ਤੋਂ ਤੁਰੇ ਫਿਰਦੇ ਆ ਸਿੱਧੂ ਨਾਲ। ਤੇ ਹੁਣ ਸਿੱਧੂ ਨੇ ਹੱਥ ਜੋੜ ਕੇ ਜਾ ਕੇ ਰਾਜੇ ਨੂੰ ਨਹੀਂ ਮਿਲਣਾ। ਸਿੱਧੂ ਨੇ ਫਿਰ ਕੇ ਪੰਜਾਬ 'ਚ ਜ਼ੋਰ ਇੰਨਾ ਦਿਖਾ ਦੇਣਾ ਕਿ ਹਾਈ ਕਮਾਂਡ ਕਹੇ ਵੀ ਇਹਨੂੰ 5-7 ਮਹੀਨੇ ਇਹਨੂੰ ਹੀ ਦੇ ਦਿਓ। ਹੁਣ ਤੁਸੀਂ ਦੇਖਿਓ ਅਗਲਾ ਸਟੈਪ ਇਹ ਵੀ ਹੋ ਸਕਦਾ। ਅਮਰਜੀਤ ਸੰਧੂ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਰਦਾਰ ਹਰਜੀਤ ਸਿੰਘ ਪਿਆਰ ਭਾਈ, ਸਤਿ ਸ੍ਰੀ ਅਕਾਲ। ਜੇ ਤੁਸੀਂ ਏਦਾਂ ਕਹਿ ਲਓ ਵੀ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ, ਤਾਂ ਗੱਲ ਇਹ ਹੈਗੀ ਆ ਵੀ ਤੁਸੀਂ ਬਿਲਕੁਲ ਠੀਕ ਕਿਹਾ ਕਿ ਕੈਪਟਨ ਸਾਹਿਬ ਜਾ ਕੇ ਕੰਮ ਦੇਖੋ ਕਰਕੇ ਦਿਖਾਉਂਦੇ, ਜਿੱਦਾਂ ਇਹਨਾਂ ਨੇ 2002 ਦੇ ਵਿੱਚ ਕੀਤਾ ਸੀ। ਫੇਰ ਤੋਂ ਚਲੋ ਹੱਕ ਬਣਦਾ ਸੀ। ਹੁਣ ਤੁਹਾਡੇ ਸਾਹਮਣੇ ਜਦੋਂ ਪਿਛਲੀ ਵਾਰੀ ਇਹ ਕਹਿ ਚੁੱਕਾ ਸੀਗਾ ਵੀ ਮੈਂ ਨੈਕਸਟ ਟਾਈਮ ਨਹੀਂ ਬਣਨਾ ਹੈਗਾ। ਤੇ ਦੂਸਰੀ ਗੱਲ ਹੈ ਵੀ ਜਿੱਦਾਂ ਤੁਸੀਂ ਕਿਹਾ ਵੀ ਥਾਂ ਤੇ ਮਹਿਲ, ਥਾਂ ਤੇ ਜਗ੍ਹਾ, ਇਹ ਲੋਕ ਆਪਣੇ ਸਵਾਰਥ ਵਾਸਤੇ ਹੀ ਨੇ, ਪਰ ਇਹਨਾਂ ਨੂੰ ਚਾਹੀਦਾ ਸੀ ਮੈਂ ਕੁਛ ਨਹੀਂ ਕਰ ਸਕਿਆ ਤੇ ਹੁਣ ਮੈਂ ਆਪ ਹੀ ਕਹਿ ਦਵਾਂ ਤੇ ਨਾਲੇ ਮੇਰੀ ਅਗਲੀ ਰਹਿ ਜੇ ਤੇ ਨਾਲੇ ਪਿਛਲੀ ਰਹਿ ਜੇ। ਸੋ ਇਹ ਜਦੋਂ ਏਦਾਂ ਲੋਕ ਕਰਦੇ ਨੇ,
ਸੋ ਇਹ ਨੁਕਸਾਨ ਮੈਂ ਕਹਿੰਦਾ ਕਾਂਗਰਸ ਮੈਂ ਕਾਂਗਰਸੀ ਨਹੀਂ, ਪਰ ਮੈਂ ਉਦਾਂ ਗੱਲ ਕਰਦੇ ਆਪਾਂ ਬਈ ਇਹ ਇਹਨਾਂ ਨੇ ਚੰਗਾ ਕੀਤਾ ਝਟਕਾ ਮਾਰਨਾ ਸ਼ੁਰੂ। ਮੈਂ ਤੇ ਇੱਕ ਹੋਰ ਗੱਲ ਵੀ ਕਹਾਂਗਾ, ਮੈਨੂੰ ਇਸ ਤਰ੍ਹਾਂ ਲੱਗਦਾ ਹੈਗਾ ਕਿ ਆਉਣ ਵਾਲੇ ਇਲੈਕਸ਼ਨ ਜਿਹੜੇ ਸੈਂਟਰ ਦੇ ਵੀ ਹੋਣਗੇ, ਇਹਦੇ ਵਿੱਚ ਉਹ ਪੀ ਕੇ ਆ ਕੇ ਉਹ ਵੀ ਅੱਗੇ ਲੱਗੇਗਾ। ਮੈਨੂੰ ਏਦਾਂ ਸ਼ੱਕ ਪੈਂਦਾ ਵੀ ਇਹ ਝਟਕਾ ਜਿਹੜਾ ਇਹ ਵੀ ਦਿੱਤਾ ਤੇ ਉਧਰ ਵੀ ਏਦਾਂ ਹੀ ਕਰਨਾ ਚਾਹੁੰਦਾ ਉਹਨਾਂ ਦੇ ਨਾਲ ਰਲ ਕੇ, ਕਿਉਂਕਿ ਗਾਂਧੀ ਪਰਿਵਾਰ ਨੂੰ ਤਾਂ ਕੋਈ ਹੁਣ ਚਾਹੁੰਦੇ ਨਹੀਂ ਉੱਥੇ, ਉਹ ਸ਼ਾਇਦ ਅੱਗੇ ਲੱਗ ਕੇ ਉਹਨੂੰ ਲਾਉਣ ਤੇ ਨਾਲ ਇਹ ਲਾਉਣ ਤੇ ਫਿਰ ਏਦਾਂ ਦੀ ਗੱਲ ਬਣੇ। ਸੋ ਕਰ ਦੇਣਾ ਚਾਹੀਦਾ ਆਪਣੇ ਕੈਪਟਨ ਸਾਹਿਬ ਨੂੰ। ਥੈਂਕ ਯੂ। ਧੰਨਵਾਦ ਜੀ। ਗ੍ਰੀਨ ਟੈਕ ਫਰਟੀਲਾਈਜ਼ਰ ਸਰ ਸੁੱਚਾ ਸਿੰਘ ਥਿੰਦ ਉਹਨਾਂ ਦਾ ਖਾਦਾਂ ਦਾ ਕਾਰਖਾਨਾ, ਕੀਟਨਾਸ਼ਕ ਦਵਾਈਆਂ ਵੀ ਦਿੰਦੇ ਨੇ। ਜਿਹੜੀ ਮਰਜ਼ੀ ਤੁਸੀਂ ਫਾਰਮਿੰਗ ਕਰਨੀ ਹੈ, ਹਰ ਕਿਸਮ ਦਾ ਖਾਦ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। 604 230 8776 ਗ੍ਰੀਨ ਟੈਕ ਫਰਟੀਲਾਈਜ਼ਰ 604230 8776 ਗ੍ਰੀਨ ਟੈਕ ਫਰਟੀਲਾਈਜ਼ਰ। ਸਰ ਸੁੱਚਾ ਸਿੰਘ ਥਿੰਦ 32 ਵਰ੍ਹਿਆਂ ਦੇ ਬਿਜ਼ਨਸਮੈਨ ਨੇ ਪਿੱਛੇ, ਤੇ ਉਹਨਾਂ ਨੇ ਗ੍ਰੀਨ ਟੈਕ ਫਰਟੀਲਾਈਜ਼ਰਸ ਖਾਦ ਬਣਾਉਣ ਦਾ ਵੱਡਾ ਕਾਰਖਾਨਾ ਐਲਡਰ ਗਰੋਵ 'ਚ। 604 230 8776 ਗੱਲ ਇਹ ਹੈ ਜੀ, ਸਬਰ ਹੋਣੀ ਚਾਹੀਦਾ ਬੰਦੇ ਨੂੰ। ਸਬਰ ਦਾ ਨਾਂ ਕੀ ਹੈ? 2002 ਤੋਂ ਬਣ ਤੋਂ ਬਾਅਦ ਜਦ ਸਰੀ ਦਾ ਗੇੜਾ ਲੱਗਿਆ, ਬੜਾ ਸਤਿਕਾਰ ਸੀ ਅਮਰਿੰਦਰ ਦਾ, ਕੈਪਟਨ ਅਮਰਿੰਦਰ ਦਾ। ਸਾਰਾ ਦਾ ਪਾਣੀ ਦੇ ਅਕੋਰਡ ਜਿਹੜੇ ਨੇ ਉਹ ਪਾਣੀ ਦੇ ਸਾਰੇ ਜਿਹੜੇ ਨੇ ਕੀਤੇ ਹੋਏ, ਦਸਤਖਤ ਕੀਤੇ ਹੋਏ, ਅਹਿਦ ਕੀਤੇ ਹੋਏ ਕੈਂਸਲ ਕਰ ਦਿੱਤੇ। ਲੋਕ ਸੋਚਦੇ ਸੀ ਬਈ ਵਧੀਆ, ਪਰ ਬਸ ਉਹੀ 70-72 ਵਾਲੀ ਕਹਾਣੀ। ਕੁਲਵੀਰ ਲਹਿਲ ਜੀ, ਲਾਈਨ ਨੰਬਰ 2। ਹਾਂਜੀ, ਸਤਿ ਸ਼੍ਰੀ ਅਕਾਲ। ਗੱਲ ਸਤਿ ਸਾਹਿਬ, ਸ਼੍ਰੀ ਅਕਾਲ ਵੀਰ ਜੀ। ਜਿਵੇਂ ਨਾ ਇਹ ਸਾਡਾ ਖਲਾਰਾ ਪਿਆ ਹੁਣ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦਾ ਨਾ, ਇਹ ਇੱਕ ਬਹੁਤ ਸਾਡੇ ਲਈ, ਸਾਡੀ ਆਉਣ ਵਾਲੀ ਜਨਰੇਸ਼ਨ ਦੀ ਘਾਤਕ ਹੀ ਆ। ਇਹਨਾਂ ਨੇ ਦੇਖੋ ਅਸੀਂ ਕਿਹੜੇ ਮਾਹੌਲ ਦੇ ਵਿੱਚ ਲੰਘ ਰਹੇ ਹਾਂ ਅੱਜ, ਤੇ ਅਸੀਂ ਕਿੱਦਾਂ ਦੇ ਜਸ਼ਨ ਮਨਾ ਰਹੇ ਹਾਂ ਨਾ। ਪ੍ਰਧਾਨ ਬਣ ਗਿਆ, ਕੋਈ ਕੁਝ ਬਣ ਗਿਆ ਨਾ। ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀਆਂ ਨੂੰ ਖਤਰਾ ਆ ਨਾ ਸਾਡੀ ਜਨ, ਤੇ ਉੱਥੇ ਆ ਜਿਹੜੀਆਂ ਸਿਆਸੀ ਪਾਰਟੀਆਂ, ਜੋ ਪ੍ਰਧਾਨ ਬਣ ਗਿਆ ਜਾਂ ਕੋਈ MLA ਬਣ ਗਿਆ, MP ਬਣ ਗਿਆ, ਤੇ ਕਿਹਦੇ ਲਈ ਬਣਨਾ ਇਹ? ਜਦ ਸਾਡੀ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਨਹੀਂ ਰਹੀ ਹੈ ਨਾ ਕੰਮ ਦੀ, ਨਾ ਸਾਡੀ ਪੰਜਾਬ ਦੀ ਮਿੱਟੀ ਨਹੀਂ ਰਹੀ ਸਾਡੀ ਕੰਮ ਦੀ ਹੈ ਨਾ। ਸਾਡੇ ਜਿਹੜੇ ਆਉਣ ਵਾਲੇ ਲੋਕ ਆ ਜਿਹੜੇ ਵੀ ਹੈ ਨਾ, ਇਹਨਾਂ ਦੇ ਖੇਮੇ ਦੇ ਵਿੱਚ ਆਲੇ ਦੁਆਲੇ ਘੁੰਮਦੇ ਆ, ਉਹਨਾਂ ਨੂੰ ਇਹ ਸ਼ਰਮ ਆਉਣੀ ਚਾਹੀਦੀ ਆ ਵੀ ਅਸੀਂ ਇਹਨਾਂ ਨੂੰ ਛੱਡ ਕੇ ਕੋਈ ਹੁਣ ਨਵਾਂ ਰਸਤਾ ਚੁਣੀਏ। ਸਾਨੂੰ ਤਾਂ ਯਾਰ ਤਾਂ ਸਾਨੂੰ ਹੁਣ ਤਾਂ ਆਪਾਂ ਯਾਰੇ ਦੇ ਕੰਢੇ ਤੇ ਬੈਠੇ ਆ ਨਾ। ਬਿਲਕੁਲ ਜੀ, ਆਪਾਂ ਐਨਾਲਿਸਿਸ ਕਰ ਰਹੇ ਹਾਂ ਲੇਲ ਸਾਹਿਬ। ਇਹ ਨਹੀਂ ਮੈਂ ਆਪਾਂ ਕਿਸੇ ਦੀ ਪ੍ਰੋੜਤਾ ਨਹੀਂ ਕਰ ਰਹੇ ਕਾਂਗਰਸ ਪਾਰਟੀ, ਮੈਂ ਤਾਂ ਇੱਕ ਖਬਰ ਦੀ ਗੱਲ ਕਰ ਰਿਹਾ। ਬਿਲਕੁਲ ਸਰਵਾਈਵਿੰਗ ਦਾ ਰੌਲ ਹੈ ਹੁਣ ਜਿੱਥੇ ਖੜੇ ਆ। ਬਿਲਕੁਲ ਲੇਲ ਸਾਹਿਬ ਦੀ ਗੱਲ ਠੀਕ ਹੈ। ਇਹਨਾਂ ਦੇ ਤਾਂ ਅਸੀਂ ਤਾਂ ਇਹਨਾਂ ਦੇ ਚੱਟੇ ਹੋਏ ਹੁਣ ਦਰਖਤ ਨਹੀਂ ਹਰੇ ਹੋ ਰਹੇ, ਇਹ ਜਿਹੜੇ ਲੱਗੇ ਹੋਏ ਨੇ, ਜਿਹੜੇ ਪਿਛਲੇ 70 ਸਾਲਾਂ ਤੋਂ ਲੱਗੇ ਹੋਏ ਨੇ। ਪਰ ਹੁਣ ਉੱਥੇ ਪੋਲੀਟੀਕਲ ਲੈਂਡਸਕੇਪ ਤੇ ਰਾਜਨੀਤੀ ਦੇ ਨਾਲ ਇਹ ਪੰਜਾਬ ਰਹਿਣਾ। ਉੱਥੇ ਜੰਗਲ ਦਾ ਰਾਜ ਤਾਂ ਹੋਣਾ ਨਹੀਂ ਵੀ ਰਫਲਾ ਮੋਢਿਆਂ ਤੇ ਪਾ ਕੇ ਸਰਦਾ ਐ ਹੋਊਗਾ ਵੀ ਮਤਲਬ ਇਹਨਾਂ ਨੇ ਸੋ ਕਾਲ ਲੋਕਤੰਤਰ ਦੇ ਥੱਲੇ ਹੀ ਰੱਖਣਾ। ਪਰ ਨੈਕਸਟ ਕੀ? ਸਰ ਅਵਤਾਰ ਸਿੰਘ ਜੀ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਗਿੱਲ ਸਾਹਿਬ, ਮੇਰੇ ਖਿਆਲ ਜੇ ਮਹਾਰਾਜਾ ਲਾਸਟ ਮਿੰਟ ਦਾ ਹੀ ਰੀਡ ਕਰਦਾ ਰਿਹਾ ਵੀ MLA ਮੇਰੇ ਨਾਲ ਹੈ, ਇਸ ਕਰਕੇ ਮੈਂ ਪਲਟ ਨਹੀਂ ਸਕਦਾ। ਉਹਨੂੰ ਹੁਣ ਪਤਾ ਲੱਗਿਆ ਵੀ 12 ਦੇ ਵਿੱਚੋਂ ਵੀ 8 ਹੀ ਰਹਿ ਗਏ ਨਾਲ, ਜਿਹੜੇ ਉਹਦੇ ਨਾਲ ਸੀਗੇ ਰਾਤੀ ਜਿਹੜਾ ਡਿਨਰ ਦੀ ਸੀ। ਤਾਂ ਮੇਰੇ ਖਿਆਲ 'ਚ ਇਹਦੇ ਵਿੱਚ ਇਹ ਆ ਵੀ ਹੁਣ ਮਹਾਰਾਜੇ ਕੋਲ ਬਾਹਲਾ ਨਹੀਂ ਰਿਹਾ। ਜਾਂ ਤਾਂ ਉਹ 2 ਗੇਮਾਂ ਪਲੇ ਕਰ ਸਕਦਾ। ਇੱਕ ਤਾਂ ਗੇਮ ਇਹ ਪਲੇ ਕਰ ਸਕਦਾ ਵੀ ਆਉਣ ਵਾਲੇ ਮਹੀਨੇ ਦੇ ਵਿੱਚ, ਇੱਕ ਤਾਂ ਪਿਛਲੇ ਹਫ਼ਤੇ ਜਿਹੜੀ ਹਾਈ ਕੋਰਟ ਨੇ ਡਰੱਗ ਕੇਸ ਦੇ ਵਿੱਚ ਟਿੱਪਣੀ ਕੀਤੀ ਆ, ਉਹਦੇ ਬੇਸ ਤੇ ਜਿਹੜੀ ਸਿੱਟ ਦੀ ਰਿਪੋਰਟ ਹਾਈ ਕੋਰਟ ਕੋ ਪਈ ਆ, ਉਹਦੇ ਬੇਸਿਸ ਤੇ ਬੰਦੇ ਨੂੰ ਅਰੈਸਟ ਕਰ ਲਿਆ। ਉਹਦੇ ਨਾਲ ਸ਼ਾਇਦ ਉਹਦਾ ਥੋੜਾ ਬੜਾ ਰਿਵਰਸ ਹੋ ਜਾ। ਨੰਬਰ 2 ਤੇ ਜਿਹੜੀ ਸਿੱਟ ਦੀ ਰਿਪੋਰਟ ਦੇ ਬੇਸ ਤੇ ਜਿਹੜੀ ਬੇਅਦਬੀ ਵਾਲੀ ਆ, ਉਹਦੇ ਉੱਤੇ 1-2 ਪੋਲੀਟੀਸ਼ੀਅਨ ਫੜ ਕੇ ਕਰ ਸਕਦਾ। ਪਰ ਮੇਰੇ ਖਿਆਲ 'ਚ ਉਹਨੇ ਇੰਨਾ ਕਰਨਾ ਨਹੀਂ। ਉਹਨੂੰ ਪਤਾ ਵੀ ਮੈਂ ਹੁਣ ਜਦੋਂ ਇਹ ਨਾ ਹੋਵੇ ਵੀ ਆਉਣ ਵਾਲੇ 2 ਵੀਕਾਂ ਮਹਾਰਾਜਾ ਕਰ ਜਾਏ ਜਾਂ ਗਲਤ ਕਰਕੇ ਜਾਂ ਕੁਛ। ਬਿਲਕੁਲ ਜੀ, ਥੈਂਕ ਯੂ ਡਾਕਟਰ ਸਾਹਿਬ। ਹੁਣ ਹੋਣਾ ਨਹੀਂ, ਮੈਨੂੰ ਨਹੀਂ ਲੱਗਦਾ ਕਰੂਗਾ, ਕਿਉਂਕਿ ਹੁਣ ਵਿਗਾੜੂ ਨਹੀਂ ਉਹ, ਕਿਉਂਕਿ ਹੱਥ 'ਚ ਰਿਹਾ ਨਹੀਂ ਕੁਛ। ਜੇ ਤੁਸੀਂ ਇਹਨੂੰ ਵੇਖੋ, ਅਫੀਸ਼ੀਅਲੀ ਪ੍ਰਧਾਨ ਕੁਛ ਵੀ ਨਹੀਂ ਕਰ ਸਕਦਾ, ਮਤਲਬ ਰਾਜਤੰਤਰ 'ਚ ਤਾਂ ਕੁਛ ਨਹੀਂ ਕਰ ਸਕਦਾ ਖੈਰ। ਪਰ ਹੁਣ ਗੱਲ ਬਾਕੀ ਧਾੜ ਨਾਲ ਤੁਰੀ ਫਿਰਦੀ ਹੈ ਜਿਨ੍ਹਾਂ ਨੇ ਟਿਕਟਾਂ ਗਾਹਾਂ ਲੈਣੀਆਂ ਨੇ। ਅਸਲ ਜੇ ਕਾਰਜਕਾਰੀ ਪ੍ਰਧਾਨ ਅਮਰਿੰਦਰ ਵਾਲੇ ਨਾਲ ਲਾ ਦਿੰਦੇ ਚਾਰੇ ਜਿਹੜੇ ਉਹ ਕਹਿ ਰਿਹਾ ਸੀ, ਫਿਰ ਕੱਖ ਨਹੀਂ ਸੀ ਹੈ ਇਹਦੇ ਕੋਲ, ਸਿੱਧੂ ਕੋਲ। ਹੁਣ ਚਾਰੇ ਬੰਦੇ ਉਹ ਲਾਤੇ ਜਿਹੜੇ ਵਿਰੋਧੀ ਨੇ। ਉਹਦਾ ਇੱਕ ਸੁਨੇਹਾ ਉੱਪਰੋਂ ਹਾਈ ਕਮਾਂਡ ਨੇ ਦਿੱਤਾ ਕਲੀਅਰ। ਕੈਲੇ ਸਾਹਿਬ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ। ਗੱਲ ਸਾਹਿਬ, ਸਤਿ ਸ਼੍ਰੀ ਅਕਾਲ ਬਾਈ ਜੀ। ਦੇਖੋ ਜੀ,
ਸਿੱਧੂ ਦੇ ਬਣਨ ਨਾਲ ਨਵੀਂ ਸ਼ੁਰੂਆਤ ਹੋ ਗਈ ਹੈ ਤੇ ਹੁਣ ਗੇਮ ਟੋਟਲੀ ਪਲਟ ਗਈ ਹੈ। ਹੁਣ ਤਾਂ ਉਹ ਕੈਪਟਨ ਜਿੱਦਾਂ ਨਾ ਜੇ ਤਾਂ ਆਪ ਛੱਡ ਜੇ ਤਾਂ ਵਧੀਆ ਗੱਲ ਹੈ, ਨਹੀਂ ਤਾਂ ਜਿਹੜੇ ਹਿਸਾਬ ਨਾਲ ਹੁਣ ਉਹ ਡਿੱਕੇ ਡਾਹ ਰਿਹਾ, ਕਿਤੇ ਕਹਿੰਦਾ ਮਾਫੀ ਮੰਗੇ, ਕਿਤੇ ਹੁਣ ਉਹਨੇ ਸਿੱਧੂ ਨੇ ਜਾਣਾ ਦਰਬਾਰ ਸਾਹਿਬ ਮੱਥਾ ਟੇਕਣ ਤੇ ਨਾਲ ਹੀ ਇਹਨੇ ਵਿਧਾਇਕਾਂ ਦੀ ਮੀਟਿੰਗ ਸੱਦ ਲਈ ਹੈ ਵੀ ਪ੍ਰੋਪਰ ਹੀ ਹੁਣ ਦੇਖ ਰਿਹਾ ਵੀ ਮੇਰੇ ਲਈ ਕਿੰਨੇ ਆ ਤੇ ਉਹਦੇ ਲਈ ਕਿੰਨੇ ਆ। ਜੇ ਉਹਦੇ ਲਈ ਜ਼ਿਆਦੇ ਹੋ ਗਏ ਤੇ ਉਹ ਵੀ ਇੱਕ ਹਿਸਾਬ ਨਾਲ ਸਿਆਸੀ ਹਾਰ ਤਾਂ ਪਹਿਲੇ ਹੋ ਗਈ, ਜਦੋਂ ਚਾਰੇ ਨਾਲ ਪ੍ਰਧਾਨ ਆ ਜਿਹੜੇ ਉਹ ਵੀ ਸਿੱਧੂ ਦੇ ਨਾਲ ਉਹਦੇ ਵਰਗੇ ਲਾ ਕੇ ਜਿਹੜੇ ਉਹ ਚਾਹੁੰਦਾ ਸੀਗਾ। ਸੋ ਹੁਣ ਜਿਹੜੀ ਆ ਹੁਣ ਇਦੋਂ ਬਾਅਦ ਤਾਂ ਤੋਏ ਹੀ ਆ, ਮਤਲਬ ਜਿਵੇਂ ਕਹਿੰਦੇ ਹੁੰਦੇ ਆਪਦਾ ਮਰਨਾ ਖਰਾਬ ਕਰਨ ਵਾਲੀ ਗੱਲ ਹੀ ਆ। ਤੇ ਹੁਣ ਜੇ ਆਪਦੇ ਹਿਸਾਬ ਨਾਲ ਛੱਡ ਜੇ ਤਾਂ ਉਹ ਵਧੀਆ ਗੱਲ ਆ, ਨਵੇਂ ਯੁੱਗ ਦੀ ਸ਼ੁਰੂਆਤ ਹੈ ਤੇ ਸਾਨੂੰ ਆਸਵੰਦ ਹੋਣਾ ਚਾਹੀਦਾ, ਕਿਉਂਕਿ ਅੱਜ ਤੋਂ ਪਹਿਲਾਂ ਕੈਪਟਨ ਦੇ ਬਾਲ ਦੇ ਰਾਜ ਦੇ ਵਿੱਚ ਦੇਖੀਏ ਤੇ ਪਹਿਲਾਂ ਹੀ ਸੁਣਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀ ਜ਼ਮੀਨ ਹੈ ਜਿਹੜੀ ਉਹ ਜੱਟ ਦੀ ਮਾਂ ਹੈ। ਅੱਜ ਉਹ ਮਾਂ ਨੂੰ ਵੇਚ ਕੇ ਮਾਂ ਵੀ ਵੇਚਣੀ ਲਾਤੀ, ਉੱਥੇ ਲੋਕਾਂ ਨੇ ਵੇਚ ਕੇ ਲੋਕ ਬਾਹਰ ਆ ਗਏ। ਇੱਕ ਹਿਸਾਬ ਨਾਲ ਤੇ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਕੁੰਡਾ ਦਾ ਖੋਲ੍ਹਣ, ਨਿਊਜ਼ੀਲੈਂਡ ਵੀ ਜਿਹੜਾ ਮਰਜ਼ੀ ਆ ਜਾਏ, ਉੱਥੇ ਕੋਈ ਪੰਜਾਬ 'ਚ ਰਹਿ ਗਿਆ ਕਹਿ ਦਿਓ ਉਹ ਉਹਦੇ ਜ਼ਿੰਮੇਵਾਰ ਉਹ ਲੀਡਰ ਹੈ ਉੱਥੇ ਜਿਹੜੇ 70 ਸਾਲ ਜਿਹਨਾਂ ਨੇ ਰਾਜ ਕੀਤਾ ਹੈ, ਉਹ ਜ਼ਿੰਮੇਵਾਰ ਆ ਉਹਦੇ। ਵੀ ਇੱਕ ਵੀ ਬੰਦਾ ਉੱਥੇ ਰਹਿ ਕੇ ਨਹੀਂ ਰਾਜੀ, ਕੋਈ ਨਹੀਂ ਰਹਿ ਕੇ ਰਾਜੀ ਉੱਥੇ। ਇੱਕ ਵਾਰੀ ਤਾਂ ਦਰਵਾਜ਼ੇ ਨਹੀਂ ਖੁੱਲੇ, ਮਤਲਬ ਜੇ ਦਰਵਾਜ਼ੇ ਖੋਲਣ ਤਾਂ ਅਗਲਾ ਕਹਿੰਦਾ ਜ਼ਮੀਨਾਂ 'ਚ ਬੰਦਾ ਸਭ ਛੱਡੋ ਭੱਜ ਉੱਧਰ, ਕੋਈ ਰਹਿ ਕੇ ਨਹੀਂ ਰਾਜੀ ਬੰਦਾ। ਸੋ ਹੁਣ ਜਿਹੜੀ ਇਹ ਨਵੀਂ ਸ਼ੁਰੂਆਤ ਜੁਗਦੀ ਹੋਈ ਆ, ਨਵਜੋਤ ਸਿੱਧੂ ਕਿਉਂਕਿ ਇਮਾਨਦਾਰ ਬੰਦੇ ਆ, ਇਹ ਆ ਜੇ ਤੇ ਉਧਰੋਂ ਮਤਲਬ ਭਗਵੰਤ ਮਾਨ ਦੀ ਮਾਨ ਦਾ ਮਾਨ ਦਾ, ਹਾਂਜੀ ਸਾਰੇ ਮਾਨ ਦਾ। ਹੁਣ ਮੈਨੂੰ ਲੱਗਦਾ ਕੋਈ ਨਵੀਂ ਸ਼ੁਰੂਆਤ ਹੋਣ ਵਾਲੀ, ਸਭ ਆਸਵੰਦ ਹੋਣਾ ਚਾਹੀਦਾ। ਚਲੋ ਪਿਛਲੇ ਜੋ ਹੋ ਗਿਆ ਉਹ 75-25 ਵਾਲੇ ਖੇਡ ਉਹ ਖੇਡ ਕੇ ਜਿਹੜੇ ਪੁਰਾਣੇ ਸੀਗੇ ਬੰਦੇ, ਹੁਣ ਜਿਵੇਂ ਕੈਪਟਨ ਜੇ ਕਹਿ ਦਈਏ ਬਾਦਲਾਂ ਦੇ ਵਿਰੁੱਧ ਕੋਈ ਐਕਸ਼ਨ ਲੈ ਹੋਣਾ ਕੁਛ ਨਹੀਂ, ਕਿਉਂਕਿ ਉਹ 75-25 ਉਹ ਆਪਸ ਵਿੱਚ ਲੜਾਈ ਗੇਮ ਖੇਡਦੇ ਸੀ। ਉਹਦਾ ਭਗਵੰਤ ਮਾਨ ਦਾ ਧੰਨਵਾਦ ਕਰਨਾ ਚਾਹੀਦਾ ਜਿਹਨੇ ਆ ਕੇ ਲੋਕਾਂ ਨੂੰ ਦੱਸਿਆ ਵੀ ਇਹ ਰਲ ਕੇ ਖੇਡਦੇ, ਉੱਤਰਘਾਟੋਂ ਮੈਚ ਵਾਲੀ ਗੇਮ ਹੈ, ਲੋਕਾਂ ਨੂੰ ਜਾਗਰੂਕ ਕਰਕੇ ਇੱਥੋਂ ਤੱਕ ਲਿਆਂਦਾ। ਜਾਂ ਨਵਜੋਤ ਸਿੱਧੂ ਨੇ ਕਹਿਤਾ ਵੀ ਮਤਲਬ ਸਾਰੇ ਮੁੱਦੇ ਚੱਕ ਲਿਓ, ਨਵਜੋਤ ਸਿੱਧੂ ਵਾਸਤੇ ਵੀ ਇਹ ਕੰਡਿਆਂ ਦੀ ਸੇਜ ਆ, ਕਿਉਂਕਿ ਉਹ ਮੁੱਦੇ ਨਵਜੋਤ ਸਿੱਧੂ ਨੇ ਉਹ ਕੱਲ ਨੂੰ ਲੋਕਾਂ ਨੇ ਸਵਾਲ ਨਵਜੋਤ ਸਿੱਧੂ ਦੇ ਖੜੇ ਕਰਦੇ ਜਿਹੜੇ ਮੁੱਦੇ 5-7 ਚੱਕੇ ਸੀਗੇ ਉਹ ਕਿੱਥੇ ਆ ਮੁੱਦੇ। ਹੁਣ ਪ੍ਰਧਾਨ ਤਾਂ ਬਣ ਗਿਆ, ਉਹ ਗੱਲ ਨਵੇੜਾ ਵੀ ਕਰ, ਉਹ ਨਵੇੜਾ ਤਾਂ ਹੀ ਹੋਣਾ ਜੇ ਨਵਜੋਤ ਸਿੱਧੂ ਦੇ ਹੱਥ ਗਾਂ ਪਾਵਰ ਆਉਂਦੀ ਆ 5-7 ਮਹੀਨੇ ਇਹ ਤੇ ਗਾਂ ਆਉਣ ਵਾਲੀ। ਬਿਲਕੁਲ ਜੀ, ਅਦਰਵਾਈਜ਼ ਤਾਂ ਹੱਥ 'ਚ ਤਾਂ ਕੁਛ ਨਹੀਂ ਹੈ। ਸੈਮ ਜੀ ਆਖਰੀ ਕਾਲਰ ਹੋ ਤੁਸੀਂ, ਮੇਰੇ ਕੋਲ ਸਮਾਂ ਹੈ ਨਹੀਂ ਹੁਣ। ਲਾਈਨ ਨੰਬਰ 1 ਜੀ, ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਦੇਖੋ ਜਿਹੜੇ ਕੈਪਟਨ ਸਾਹਿਬ ਆ, ਇਹ ਇੱਕ ਇੱਥੇ ਕੁਇਕ ਸੈਂਡ ਨਹੀਂ ਹੁੰਦੀ, ਉਹਦੇ ਵਿੱਚ ਜਿਹਨੂੰ ਆਪਾਂ ਦਲ ਕਹਿੰਦੇ ਨੇ ਉਹਦੇ ਵਿੱਚ ਵੜ ਗਏ। ਹੁਣ ਜਿੰਨਾ ਜ਼ਿਆਦਾ ਸਟਰਗਲ ਕਰਨਗੇ ਉਹ ਥੱਲੇ ਜਾਣਗੇ, ਔਰ ਇਹਦਾ ਫਾਇਦਾ ਕਾਂਗਰਸ ਪਾਰਟੀ ਨੂੰ ਆਪਾਂ ਹੁਣ ਦੇਖਦੇ ਰਹਿੰਦੇ, ਵਾਚ ਕਰਦੇ ਨੇ, ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਹੋਣਾ ਸਿੱਧੂ ਦਾ। ਪਹਿਲੀ ਗੱਲ ਉਹਨੂੰ ਆਮ ਆਦਮੀ ਪਾਰਟੀ ਦਾ ਇੱਕ ਬਣਾਇਆ ਸੀ ਔਰਾ ਵੀ ਇਮਾਨਦਾਰ ਪਾਰਟੀ ਆ। ਇੱਕ ਬੰਦੇ ਦੇ ਆਉਣ ਨਾਲ ਹੀ ਉਹ ਸਾਰੀ ਪਿਛਲੀਆਂ ਕੀਤੀਆਂ ਕਰਾਈਆਂ ਕਿਤੇ ਗਈਆਂ, ਉਹਨੂੰ ਉਸ ਸ਼੍ਰੇਣੀ 'ਚ ਖੜਾ ਕਰ ਦਿੱਤਾ। ਅਕਾਲੀ ਦਾ ਪਿੱਛੇ ਹੋ ਗਿਆ। ਮੈਨੂੰ ਲੱਗਦਾ ਜੇ ਰਾਜਨੀਤੀ ਦੇ ਵਿੱਚ ਜਿਸ ਹਿਸਾਬ ਨਾਲ ਸਿੱਧੂ ਨੇ ਆਪਣਾ ਇਮੇਜ ਬਣਾਈ ਆ, ਕਾਂਗਰਸ ਪਾਰਟੀ ਮੁੜ ਕੇ ਫਿਰ ਲੱਗਦਾ ਮੈਨੂੰ, ਕਿਉਂਕਿ ਜਿਹੜੀਆਂ ਵੋਟਾਂ ਜਾਂਦੀਆਂ ਸੀ ਆਮ ਪਾਰਟੀ ਵੱਲੋਂ ਉਹ ਆਮ ਆਦਮੀ ਪਾਰਟੀ ਵੱਲੋਂ ਮੁੜ ਕੇ ਆਉਣਗੀਆਂ। ਔਰ ਕੋਈ ਹਰਜ ਨਹੀਂ, ਮੈਂ ਤਾਂ ਉਹਨੂੰ ਸੁਣ ਕੇ ਕਈ ਚੀਜ਼ਾਂ ਇਹ ਕਿ ਨਾ ਮੈਨੂੰ ਲੱਗਦਾ ਸੀ ਵੀ ਪੰਜਾਬ ਵਿੱਚ ਐਸਾ ਰਾਜ ਹੋਣਾ ਚਾਹੀਦਾ, ਔਰ ਉਹ ਗੱਲਾਂ ਕਹਿ ਰਿਹਾ, ਜੇ ਅਗਰ ਕਰ ਰਿਹਾ ਆ ਤੇ 100% ਸਾਨੂੰ ਪੰਜਾਬ ਦੇ ਫਾਇਦੇ ਲਈ ਸੋਚਣਾ ਚਾਹੀਦਾ। ਬੰਦਾ ਕੋਈ ਵੀ ਆ ਜਾਵੇ, ਮੈਨੂੰ ਤਾਂ ਕੋਈ ਇਸ਼ੂ ਨਹੀਂ ਹੈਗਾ। ਔਰ ਆਈ ਹੋਪ ਪਹਿਲੀ ਰਾਜਨੀਤੀ 'ਚ ਗਿੱਲ ਸਾਹਿਬ ਆਈ ਡੋਂਟ ਥਿੰਕ ਸੋ ਬੜਾ ਟਾਈਮ ਹੈਗਾ ਰਾਜਨੀਤੀ ਦੇ ਵਿੱਚ। ਇਹ ਪਹਿਲਾਂ ਥੋੜਾ ਜਿਹਾ ਮੀਡੀਆ ਦਾ ਵੀ ਫਰਜ਼ ਸੀ ਵੀ ਲੋਕਾਂ ਨੂੰ ਸਮਝਾਇਆ ਜਾਂਦਾ ਵੀ ਜਿਹੜੇ ਤੁਹਾਨੂੰ ਪੈਸੇ ਵੰਡਦੇ ਆ ਇਹ ਐਕਚੁਅਲੀ ਵੰਡਣਾ ਨਹੀਂ। ਹੁਣ ਮੀਡੀਆ ਚੇਂਜ ਹੋਇਆ, ਮੀਡੀਆ ਨੇ ਲੋਕਾਂ ਦੇ ਨਜ਼ਰਾਂ 'ਚੋਂ ਉਹ ਚੀਜ਼ਾਂ ਹਟਾਈਆਂ ਵੀ ਇਹ ਜਿਹੜੇ ਪੈਸੇ ਵੰਡਦੇ ਆ ਤੁਹਾਨੂੰ ਇਹ ਐਕਚੁਅਲੀ ਖਰਾਬ ਕਰ ਰਿਹਾ। ਇਸੇ ਲਈ ਪੰਜਾਬ ਗਰਕ ਗਿਆ। ਸੋ ਹੁਣ ਜੇ ਕੋਈ ਵਧੀਆ ਬੰਦਾ ਆਊਗਾ ਤੇ ਐਪਰੀਸ਼ੀਏਟ ਕਰੂੰਗਾ ਮੈਂ ਤਾਂ। ਬਿਲਕੁਲ ਜੀ, ਥੈਂਕ ਯੂ। ਬਾਕੀ ਸਮਾਂ ਦੱਸੇਗਾ ਜੀ। ਇਮਾਨਦਾਰੀ ਉਹਨਾਂ ਦੇ ਕੋਲ ਹੈ, ਹਲੇ ਪਰਖਿਆ ਨਹੀਂ ਉਹਨਾਂ ਨੇ। ਇੱਕ ਇਹ ਵੀ ਹੁਣ ਬੈਨੀਫਿਟ ਆਫ ਡਾਊਟ ਲੈਣਾ ਨਾ ਵੀ ਮੈਂ ਕਿਹੜਾ ਪਰਖਿਆ, ਮੈਨੂੰ ਤੁਸੀਂ ਕਿਸੇ ਨੇ ਇੱਕ ਵਾਰ ਸਮਾਂ ਤਾਂ ਦਿਓ। ਜਿਵੇਂ ਅਮਰਿੰਦਰ ਉਹਨਾਂ ਨੇ ਕਿਹਾ ਸੀ 10 ਸਾਲ ਬਾਦਲਾਂ ਨੂੰ ਹੋ ਗਏ, ਮੈਨੂੰ ਤਾਂ ਛੱਡੋ ਇੱਕ ਵਾਰ। ਇਹੀ ਗੱਲ ਹੋਣੀ। ਆਮ ਆਦਮੀ ਪਾਰਟੀ ਕੋਲ CM ਦਾ ਚਿਹਰਾ ਹੁਣ ਕੌਣ ਰਹਿ ਜਾਏਗਾ? ਕਿਉਂਕਿ ਪ੍ਰਗਟ ਤੇ ਇਹ ਇੱਧਰ ਆ ਗਏ, ਪ੍ਰਤਾਪ ਬਾਜਵਾ ਰਹਿ ਗਏ, ਤੇ ਹੁਣ ਪਤਾ ਨਹੀਂ। ਤੇ ਭਗਵੰਤ ਮਾਨ ਉਹਨਾਂ ਨੇ ਵੀ ਦਾੜੀ ਵਧਾਉਣੀ ਸ਼ੁਰੂ ਕੀਤੀ ਹੈ, ਸਿਰ ਦੇ ਵਾਲ ਵੀ ਵਧਾ ਰਹੇ ਨੇ, ਸ਼ਾਇਦ ਉਹ ਵੀ ਸੋਚਦੇ ਹੋਣ। ਬ੍ਰੇਕਿੰਗ ਨਿਊਜ਼ ਇੱਕ ਆ ਰਹੀ ਹੈ ਜੀ ਵੀ ਕੈਨੇਡਾ ਨੇ ਹੁਣੇ ਕਿਹਾ ਕਿ ਵੈਕਸੀਨੇਟਡ ਅਮਰੀਕਨ ਜਿਹੜੇ ਨੇ ਉਹ ਬਾਰਡਰ ਕ੍ਰਾਸ ਕਰਕੇ ਅਗਸਤ 9 ਨੂੰ ਸ਼ੁਰੂ ਕਰ ਸਕਦੇ ਨੇ, ਤੇ ਇੰਟਰਨੈਸ਼ਨਲ ਟਰੈਵਲਰ ਜਿਹੜੇ ਨੇ ਦੁਨੀਆ ਤੋਂ ਸਤੰਬਰ 7 ਤੋਂ
ਜਿਹੜੇ ਆ ਸਕਦੇ ਨੇ। ਵਿਜ਼ਿਟ ਵੀਜ਼ੇ ਵਾਲੇ ਮਤਲਬ ਹੁਣ ਭਾਰਤ ਤੋਂ ਸਤੰਬਰ 7 ਨੂੰ ਆ ਸਕਦੇ ਆ ਤੇ ਬਾਰਡਰ ਅਗਸਤ 9 ਨੂੰ ਖੁੱਲ ਰਿਹਾ ਜੀ ਅਮਰੀਕਾ ਦਾ। ਥੈਂਕ ਯੂ। ਰੋਮਨ ਨੇ ਆ ਕੇ ਤੇਜ਼ੀ ਨਾਲ ਫੜਾਈ ਯੂ ਆਰ ਗੋਟ ਟੂ ਰੀਡ ਦਿਸ, ਹੱਥ ਮਾਰ ਕੇ ਕਿਹਾ। ਉਹ ਬਹੁਤ ਇੱਕ ਦਿਨ ਦੇ ਵਿੱਚ ਸਾਰਾ ਕੁਝ ਉੱਥੇ ਬਦਲ ਗਿਆ। ਇਹਦਾ ਮਤਲਬ ਰਾਜਨੀਤੀ ਬਹੁਤ ਖਤਰਨਾਕ ਬਿਜ਼ਨਸ ਹੈ। ਇਹ ਹਰ ਇੱਕ ਦੇ ਹਾਰੀ ਸਾਰੀ ਵਾਲੀ ਕਹਾਣੀ ਨਹੀਂ। ਖਾਲੀ ਹੋ ਗਈ ਜਿਹੜਾ ਸਿਸਮਾ ਫਾਰਮ, ਖਾਲੀ ਹੋ ਗਿਆ, ਲੋਕ ਭੱਜ ਗਏ, ਉੜ ਗਏ ਤੇ ਲੈਂਡ ਕਰੂਜ਼ਰ ਦੇ ਵਿੱਚ ਬੈਠਾ ਨਵਜੋਤ ਸਿੱਧੂ ਹੱਥ ਮਾਰਦਾ ਲੋਕਾਂ ਨੂੰ ਤੇ MLA ਜਿਹੜੇ ਨੇ ਉਹ ਉੱਡੇ ਫਿਰਦੇ ਨੇ ਉੱਡੇ ਨਾਲ। ਕੱਲ੍ਹ ਨੂੰ ਮੁੜਦੇ ਹਾਂ 9:15 ਵਜੇ ਜੀ। ਰੱਬ ਰੱਖ।